ਅੰਦਰ ਧੰਨ ਗੁਰੂ ਨਾਨਕ ਦੇਵ ਜੀ ਦੇ ਪਾਵਨ ਪਵਿੱਤਰ ਸ਼ਬਦ। ਇਹ ਪਾਵਨ ਸ਼ਬਦ ਸੁਰ ਤਾਲ ਦੇ ਤੀਸਰੇ ਘਰ ਦੇ ਅੰਦਰ ਗਾਇਨ ਕਰਨ ਦਾ ਹੁਕਮ ਹੈ। ਇੱਕ ਓੰਕਾਰ, ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਕਾ ਪ੍ਰਕਾਸ਼ਕ ਸਤ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਕਾ ਪ੍ਰਕਾਸ਼ਕ ਸਤ ਚਿਤ ਆਨੰਦ। ਸਤ ਸਰੂਪ, ਆਨੰਦ ਸਰੂਪ, ਚੇਤਨ ਸਰੂਪ, ਪ੍ਰਾਪਤੀ ਦਾ ਸਾਧਨ ਸਤਿਗੁਰ ਪ੍ਰਸਾਦ ਸੱਚੇ ਸਤਿਗੁਰ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ ਜੀ। ਆਵੋ ਸੱਜਣ ਹਉ ਦੇਖਾ ਦਰਸ਼ਨ ਤੇਰਾ ਰਾਮ। ਪਾਵਨ ਪਵਿੱਤਰ ਸ਼ਬਦ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਦੇ ਹੋਏ ਸਿੱਖ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਉਸ ਵਾਹਿਗੁਰੂ ਪਰਮਾਤਮਾ ਦੇ ਯਾਦ ਕਰਨ ਦੀ ਸਿੱਖਿਆ ਬਖਸ਼ਿਸ਼ ਕਰਦੇ ਹੋਏ, ਆਵੋ ਸੱਜਣਾ, ਇਹ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਮੇਰੇ ਹਿਰਦੇ ਦੇ ਅੰਦਰ ਆਉਣਾ ਕਰੋ। ਹੋ ਦੇਖਾ ਦਰਸ਼ਨ ਤੇਰਾ ਰਾਮ, ਤਾਂ ਕਿ ਮੈਂ ਆਪ ਜੀ ਦਾ ਇਸ ਹਿਰਦੇ ਦੇ ਅੰਦਰ ਅਨੁਭਵ ਰੂਪੀ ਦਰਸ਼ਨ ਪ੍ਰਾਪਤ ਕਰ ਸਕਾਂ ਜੀ। ਘਰ ਆਪਨੜੈ ਖੜੀ ਤੱਕਾ, ਮੈਂ ਮਨ ਚਾਉ ਘਨੇਰਾ ਰਾਮ। ਮੈਂ ਆਪਣੇ ਅੰਤਸਕਰਨ ਰੂਪ ਘਰ ਦੇ ਅੰਦਰ ਆਪ ਜੀ ਦੇ ਆਉਣ ਦੀ ਉਡੀਕ ਦੇ ਵਿੱਚ ਆਪ ਜੀ ਦਾ ਰਸਤਾ ਹੈ ਜੋ ਉਹ ਵੇਖ ਰਿਹਾ ਹਾਂ। ਮੈਂ ਮਨ ਚਾਉ ਘਨੇਰਾ ਰਾਮ, ਮੇਰੇ ਮਨ ਦੇ ਵਿੱਚ ਆਪ ਜੀ ਦੇ ਦਰਸ਼ਨਾਂ ਦੀ ਬੜੀ ਵੱਡੀ ਚਾਹਨਾ ਹੈ, ਬਹੁਤ ਵੱਡਾ ਚਾਅ ਬਣਿਆ ਹੋਇਆ ਹੈ ਜੀ। ਮਨ ਚਾਉ ਘਨੇਰਾ ਸੁਣ ਪ੍ਰਭ ਮੇਰਾ, ਮੈਂ ਤੇਰਾ ਭਰਵਾਸਾ। ਮੇਰੇ ਮਨ ਦੇ ਵਿੱਚ ਆਪ ਜੀ ਦੇ ਦਰਸ਼ਨਾਂ ਦਾ ਜੋ ਚਾਅ ਹੈ ਉਹ ਬਹੁਤ ਜ਼ਿਆਦਾ ਹੈ। ਘਨੇਰਾ ਕਹਿੰਦੇ ਨੇ ਬਹੁਤ ਜ਼ਿਆਦੇ ਨੂੰ। ਸੁਣ ਪ੍ਰਭ ਮੇਰਾ, ਹੇ ਮੇਰੇ ਪ੍ਰਭੂ ਪਰਮਾਤਮਾ, ਤੂੰ ਮੇਰੀ ਅਰਦਾਸ ਬੇਨਤੀ ਨੂੰ ਸੁਣਨਾ ਕਰ। ਮੈਂ ਤੇਰਾ ਪ੍ਰਵਾਸਾ, ਮੇਰੇ ਅੰਦਰ ਆਪ ਜੀ ਦਾ ਭਰੋਸਾ ਹੈ। ਪ੍ਰਵਾਸਾ ਦਾ ਅਰਥ ਹੁੰਦਾ ਭਰੋਸਾ। ਸੋ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਦੇ ਹੋਏ ਉਸ ਦੇ ਅੱਗੇ ਅਰਦਾਸ ਬੇਨਤੀ ਜੋਦੜੀ ਕਰਦੇ ਨੇ ਕਿ ਸਾਡੇ ਅੰਦਰ ਇਸ ਗੱਲ ਦਾ ਪੱਕਾ ਭਰੋਸਾ ਵਿਸ਼ਵਾਸ ਬਣਿਆ ਹੋਇਆ ਹੈ ਕਿ ਆਪ ਯਾਦ ਕਰਨ ਵਾਲਿਆਂ ਨੂੰ ਦਰਸ਼ਨ ਦਿੰਦੇ ਹੋ। ਇਹ ਭਰੋਸਾ ਹੈ ਸਾਨੂੰ, ਇਹ ਵਿਸ਼ਵਾਸ ਹੈ। ਜਿਹੜਾ ਗੁਰਮੁਖ ਪਿਆਰਾ ਆਪ ਜੀ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ, ਆਪ ਜੀ ਦੇ ਨਾਮ ਨੂੰ ਜਪਦਾ ਹੈ, ਸਿਮਰਨ ਕਰਦਾ ਹੈ, ਉਸ ਨੂੰ ਆਪ ਜ਼ਰੂਰ ਦਰਸ਼ਨ ਦਿੰਦੇ ਹੋ। ਇਸ ਲਈ ਸਾਡੇ ਮਨ ਦੇ ਵਿੱਚ ਆਪ ਜੀ ਦੇ ਦਰਸ਼ਨਾਂ ਦਾ ਜੋ ਚਾਅ ਹੈ ਉਹ ਬਣਿਆ ਹੋਇਆ ਹੈ ਜੀ। ਦਰਸ਼ਨ ਦੇਖ ਭਈ ਨਹੀਂ ਕੇਵਲ, ਜਨਮ ਮਰਨ ਦੁਖ ਨਾਸਾ। ਉਸ ਪ੍ਰਭੂ ਪਰਮਾਤਮਾ ਦੇ ਦਰਸ਼ਨਾਂ ਦਾ ਲਾਹਾ ਇਹ ਹੈ ਕਿ ਜਦੋਂ ਅਸੀਂ ਉਹਦੇ ਦਰਸ਼ਨ ਵੇਖ ਕਰਦੇ ਹਾਂ, ਸਾਨੂੰ ਉਸ ਦੇ ਦਰਸ਼ਨ ਪ੍ਰਾਪਤ ਹੋ ਜਾਂਦੇ ਨੇ। ਨਿਹ ਕੇਵਲ, ਨਿਹ ਕੇਵਲ ਦਾ ਅਰਥ ਹੁੰਦਾ ਨਿਰੋਲ, ਸ਼ੁੱਧ ਹੋ ਜਾਣਾ, ਪਵਿੱਤਰ ਹੋ ਜਾਣਾ। ਉਸ ਪ੍ਰਭੂ ਪਰਮਾਤਮਾ ਦੇ ਦਰਸ਼ਨਾਂ ਦੇ ਨਾਲ ਸਾਡਾ ਅੰਤਸਕਰਨ ਪਵਿੱਤਰ ਹੋ ਜਾਂਦਾ ਹੈ। ਜਦੋਂ ਅੰਤਸਕਰਨ ਪਵਿੱਤਰ ਹੋ ਜਾਂਦਾ ਹੈ, ਜਨਮ ਮਰਨ ਦੁੱਖ ਨਾਸਾ, ਤੇ ਫਿਰ ਜੰਮਣ ਮਰਨ ਦਾ ਜਿਹੜਾ ਦੁੱਖ ਹੈ ਨਾ, ਇਹ ਨਸ ਜਾਂਦਾ ਹੈ। ਸਭ ਤੋਂ ਵੱਡਾ ਇਸ ਪ੍ਰਾਣੀ ਮਾਤਰ ਲਈ ਜਿਹੜਾ ਦੁੱਖ ਹੈ ਉਹ ਜੰਮਣ ਤੇ ਮਰਨ ਦਾ ਹੀ ਹੈ। ਜਨਮ ਤੋਂ ਲੈ ਕੇ ਮਰਨ ਤੱਕ ਇਹ ਮਨੁੱਖ ਜਿਹੜਾ ਇਹ ਦੁੱਖ ਦੇ ਵਿੱਚ ਰਹਿੰਦਾ ਹੈ। ਜੰਮਦਾ ਵੀ ਦੁੱਖ ਦੇ ਵਿੱਚ ਹੈ ਤੇ ਮਰਦਾ ਵੀ ਦੁੱਖ ਦੇ ਵਿੱਚ ਹੈ। ਤਾਂ ਤੇ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਆਵੋ ਸੱਜਣਾ, ਹੀ ਮੇਰੇ ਸੱਜਣ ਸੱਚੇ ਸਤਿਗੁਰ ਜੀ, ਤੁਸੀਂ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਆਉਣਾ ਕਰੋ। ਹੋ ਦੇਖਾ ਦਰਸ਼ਨ ਤੇਰਾ ਰਾਮ, ਮੈਂ ਆਪ ਜੀ ਦਾ ਅਨੁਭਵ ਅੰਦਰ ਪ੍ਰਾਪਤ ਕਰਾਂ। ਆਪ ਜੀ ਦੇ ਅਨੁਭਵੀ ਦਰਸ਼ਨ ਨੇ ਜਿਹੜੇ, ਉਹਨਾਂ ਨੂੰ ਅੰਦਰ ਪ੍ਰਾਪਤ ਕਰਕੇ ਦਰਸ਼ਨ ਦੇਖ ਪਈ ਨਹੀਂ ਕੇਵਲ। ਆਪ ਜੀ ਦੇ ਦਰਸ਼ਨਾਂ ਦੇ ਨਾਲ ਅੰਦਰ ਦੀ ਸ਼ੁੱਧਤਾ ਹੀ, ਪਵਿੱਤਰਤਾ ਹੀ ਹੋ ਜਾਂਦੀ ਹੈ, ਜਿਸ ਨਾਲ ਜੰਮਣ ਮਰਨ ਦਾ ਦੁੱਖ ਨਾਸ ਹੋ ਜਾਂਦਾ ਹੈ ਜੀ। ਸਗਲੀ ਜੋਤ ਜਾਤਾ ਤੂੰ ਸੋਈ, ਮਿਲਿਆ ਭਾਏ ਸੁਭਾਏ। ਸਗਲੀ ਜੋਤ
ਜਾਤਾ ਤੂੰ ਸੋਈ। ਸਾਰੀਆਂ ਜੋਤਾਂ ਵੈਸੇ ਖੱਟ ਜੋਤੀ ਮੰਨੀਆਂ ਗਈਆਂ ਨੇ। ਸੂਰਜ, ਚੰਦ, ਜਿੱਤ ਪ੍ਰਕਾਸ਼ ਹੁੰਦਾ ਉਹਨੂੰ ਜੋਤ ਆਖਿਆ ਜਾਂਦਾ ਹੈ। ਅੱਗ ਹੈ, ਮਨੁੱਖ ਦੀ ਬੁੱਧੀ ਹੈ, ਬੜਵਾ ਨਲ ਹੈ, ਆਕਾਸ਼ ਦੇ ਵਿੱਚ ਬਿਜਲੀ ਚਮਕਦੀ ਹੈ। ਇਹ ਸਾਰੀਆਂ ਜੋਤਾਂ ਨੇ। ਸਗਲੀ ਜੋਤ, ਸਾਰੀਆਂ ਜੋਤਾਂ ਜੋ 84 ਲੱਖ ਜੂਨਾਂ ਨੇ ਉਹਨਾਂ ਦੇ ਵਿੱਚ ਆਪ ਜੀ ਦੀ ਜੋਤ ਹੈ। ਸਗਲੀ ਜੋਤ ਭਾਵ 84 ਲੱਖ ਜੂਨਾਂ ਦੇ ਵਿੱਚ ਆਪ ਜੀ ਦੀ ਜੋਤ ਹੈ। ਜਾਤਾ ਤੂੰ ਸੋਈ, ਉਸ ਨੂੰ ਅਸੀਂ ਜਾਣ ਲਿਆ ਜੋ 84 ਲੱਖ ਜੂਨਾਂ ਦੇ ਵਿੱਚ ਜੋਤੀ ਸਰੂਪ ਵਿਆਪਕ ਹੈ। ਮਿਲਿਆ ਭਾਏ ਸੁਭਾਏ, ਤੇ ਉਹ ਮਿਲਦਾ ਕਿਵੇਂ? ਭਾਏ ਸੁਭਾਏ ਸੋ ਭਾਏ। ਭਾਏ ਦਾ ਅਰਥ ਹੁੰਦਾ ਭਾ ਜਾਣਾ, ਭਾਵਨਾ ਬਣ ਜਾਣੀ। ਸੋ ਭਾਏ ਸ੍ਰੇਸ਼ਟ ਭਾਵਨਾ। ਇਹ ਭਾਵਨਾ ਸ਼ਬਦ ਪ੍ਰੇਮ ਤੇ ਸ਼ਰਧਾ ਤੋਂ ਬਣਦਾ ਹੈ। ਜਿਸ ਗੁਰਮੁਖ ਪਿਆਰੇ ਦੇ ਅੰਦਰ ਪ੍ਰੀਤ ਤੇ ਪ੍ਰਤੀਤ ਹੋ ਜਾਵੇ ਉਹ ਫਿਰ ਭਾਵਨਾ ਵਾਲਾ ਹੋ ਜਾਂਦਾ ਹੈ। ਜੇ ਇਕੱਲੀ ਪ੍ਰਤੀਤ ਹੋਵੇ ਨਾ, ਪ੍ਰੀਤ ਨਾ ਹੋਵੇ, ਤੇ ਫਿਰ ਵੀ ਭਾਵਨਾ ਨਹੀਂ ਪੈਦਾ ਹੁੰਦੀ। ਪ੍ਰਤੀਤ ਦਾ ਅਰਥ ਹੁੰਦਾ ਯਕੀਨ, ਭਰੋਸਾ, ਤੇ ਪ੍ਰੀਤ ਦਾ ਅਰਥ ਹੁੰਦਾ ਪਿਆਰ। ਕਈ ਵਾਰੀ ਸਾਡਾ ਦੁਸ਼ਮਣ ਹੁੰਦਾ, ਸਾਨੂੰ ਉਹਦੇ ਤੇ ਵੀ ਭਰੋਸਾ ਹੁੰਦਾ ਹੈ। ਪ੍ਰਤੀਤ ਦਾ ਅਰਥ ਹੁੰਦਾ ਭਰੋਸਾ, ਯਕੀਨ। ਕਈ ਦੁਸ਼ਮਣ ਨੇ ਨਾ ਜਿਹੜੇ, ਉਹ ਸੱਜਣਾ ਦੇ ਨਾਲੋਂ ਵੀ ਚੰਗੇ ਹੁੰਦੇ ਨੇ। ਕਈ ਦੁਸ਼ਮਣ ਨੇ ਜਿਹੜੇ, ਉਹ ਸੱਜਣਾ ਦੇ ਨਾਲੋਂ ਵੀ ਚੰਗੇ ਹੁੰਦੇ ਨੇ। ਸਾਨੂੰ ਉਹਨਾਂ ਤੇ ਭਰੋਸਾ ਹੁੰਦਾ ਵੀ ਇਹ ਵਿਸ਼ਵਾਸਘਾਤ ਨਹੀਂ ਕਰੇਗਾ। ਜਦੋਂ ਵੀ ਲੜੇਗਾ ਨਾ, ਲੜ ਕਰਕੇ ਲੜੇਗਾ, ਵੰਗਾਰ ਕੇ ਲੜੇਗਾ, ਨਿਹੱਥੇ ਤੇ ਵਾਰ ਨਹੀਂ ਕਰੇਗਾ। ਇਸ ਤਰ੍ਹਾਂ ਉਹਨਾਂ ਦੀ ਸੂਰਮਤਾਈ ਤੇ ਉਹਨਾਂ ਦੀ ਬਹਾਦਰੀ ਤੇ ਸਾਨੂੰ ਪ੍ਰਤੀਤ ਹੁੰਦੀ ਹੈ, ਭਰੋਸਾ ਹੁੰਦਾ ਹੈ। ਤੇ ਕਈ ਸਾਡੇ ਸੱਜਣ ਹੁੰਦੇ ਨੇ, ਉਹਨਾਂ ਤੇ ਸਾਨੂੰ ਪ੍ਰਤੀਤ ਹੀ ਨਹੀਂ ਹੁੰਦੀ। ਪਤਾ ਹੁੰਦਾ ਵੀ ਇਹਨੇ ਪਤਾ ਨਹੀਂ ਕਦੋਂ ਵਿਸ਼ਵਾਸਘਾਤ ਕਰ ਦੇਣਾ। ਪ੍ਰੀਤ ਤੇ ਪ੍ਰਤੀਤ, ਇਹ ਦੋ ਸ਼ਬਦ ਨੇ ਜਿਹੜੇ ਗੁਰਮੁਖ ਪਿਆਰੇ ਦੇ ਅੰਦਰ ਪ੍ਰੀਤ ਹੋ ਜਾਵੇ, ਉਸ ਪ੍ਰਭੂ ਪਰਮਾਤਮਾ ਦੀ, ਆਪਣੇ ਸੱਚੇ ਸਤਿਗੁਰ ਦੀ, ਤੇ ਪ੍ਰਤੀਤ ਭਰੋਸਾ ਵੀ ਬਣ ਜਾਵੇ, ਪ੍ਰੇਮ ਵੀ ਬਣ ਜਾਵੇ, ਤੇ ਫਿਰ ਉਹਦੇ ਅੱਗੇ ਭਾਵਨਾ ਬਣ ਜਾਂਦੀ ਏ। ਸੋ ਧੰਨ ਗੁਰੂ ਮਹਾਰਾਜ ਜੀ ਇੱਥੇ ਰਹਿਮਤ ਕਰਦੇ ਨੇ। ਸਗਲੀ ਜੋਤ, ਜਿਤਨੀਆਂ ਵੀ ਜੂਨਾਂ ਨੇ ਸਾਰੀਆਂ ਦੇ ਵਿੱਚ ਤੇਰੀ ਜੋਤ ਹੈ। ਜਾਤਾ ਤੂੰ ਸੋਈ, ਉਸ ਨੂੰ ਅਸੀਂ ਜਾਣ ਲਿਆ ਜੋ ਸਾਰਿਆਂ ਦੇ ਵਿੱਚ ਆਪਣੀ ਜੋਤ ਰੂਪ ਪ੍ਰਕਾਸ਼ਿਤ ਹੈ। ਮਿਲਿਆ ਭਾਏ ਸੁਭਾਏ, ਉਹਦਾ ਮਿਲਣ ਦਾ ਜਿਹੜਾ ਸਾਧਨ ਹੈ ਨਾ, ਉਹ ਭਾਵਨਾ ਹੈ। ਭਾਗ ਭਾਵਨਾ ਨੂੰ ਲੱਗਣੇ ਨੇ। ਸਾਡੇ ਅੰਦਰ ਉਸ ਪਰਮਾਤਮਾ ਦਾ ਪ੍ਰੇਮ ਵੀ ਹੋਵੇ, ਉਸ ਵਾਹਿਗੁਰੂ ਦੇ ਉੱਤੇ ਭਰੋਸਾ ਵੀ ਹੋਵੇ ਵੀ ਜ਼ਰੂਰ ਮਿਲੇਗਾ। ਜਿਵੇਂ ਧੰਨ ਗੁਰੂ ਮਹਾਰਾਜ ਜੀ ਨੇ ਵੇਖੋ ਪਿਛਲੀ ਤੁਕ ਦੇ ਵਿੱਚ ਦੱਸਿਆ ਸੀ ਨਾ, ਮਨ ਚਾਉ ਕਨੇਰਾ। ਸਾਡੇ ਮਨ ਦੇ ਵਿੱਚ ਬੜਾ ਵੱਡਾ ਚਾਅ ਹੈ, ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ। ਸਾਨੂੰ ਇਹ ਭਰੋਸਾ ਬਣ ਗਿਆ, ਭਾਵਨਾ ਬਣ ਗਈ ਹੈ, ਯਕੀਨ ਹੋ ਗਿਆ ਵੀ ਤੂੰ ਜ਼ਰੂਰ ਸਾਡੀ ਅਰਦਾਸ ਨੂੰ ਸੁਣੇਗਾ ਤੇ ਸਾਨੂੰ ਆਣ ਕੇ ਮਿਲੇਗਾ। ਇਸ ਕਰਕੇ ਨਾ ਆਪ ਜੀ ਦੇ ਇਸ ਪਰਵਾਸੇ ਨੂੰ, ਇਸ ਯਕੀਨ ਨੂੰ ਅੰਦਰ ਲੈ ਕੇ ਅਸੀਂ ਚਾਅ ਦੇ ਵਿੱਚ ਹੋ ਜਾਂਦੇ ਹਾਂ ਵੀ ਜ਼ਰੂਰ ਆਓਗੇ ਤੁਸੀਂ। ਸੋ ਗੁਰੂ ਮਹਾਰਾਜ ਜੀ ਇੱਥੇ ਵੀ ਰਹਿਮਤ ਕਰਦੇ ਨੇ। ਸਗਲੀ ਜੋਤ ਜਾਤਾ ਤੂੰ ਸੋਈ, ਜਿਹੜਾ ਸਾਰੀਆਂ ਜੋਤਾਂ ਦੇ ਵਿੱਚ ਆਇਆ ਹੋਇਆ ਹੈ, ਅਸੀਂ ਉਸ ਨੂੰ ਜਾਣ ਲਿਆ ਹੈ। ਮਿਲਿਆ ਭਾਏ ਸੁਭਾਏ, ਉਹ ਸ੍ਰੇਸ਼ਟ ਭਾਵਨਾ ਵਾਲੇ ਗੁਰਮੁਖ ਪਿਆਰਿਆਂ ਨੂੰ ਪ੍ਰਾਪਤ ਹੁੰਦਾ ਹੈ ਜੀ। ਨਾਨਕ ਸਾਜਨ ਕਉ ਬਲ ਜਾਈਐ, ਸਾਚ ਮਿਲੇ ਘਰ ਆਏ। ਅੱਗੇ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਉਸ ਪ੍ਰਭੂ ਪਰਮਾਤਮਾ ਨੂੰ ਅਸੀਂ ਜਾ ਕੇ ਮਿਲਣਾ ਕਰੀਏ। ਸਾਚ ਮਿਲੇ ਘਰ ਆਏ, ਉਹ ਸਾਡੇ ਅੰਤਸਕਰਨ ਰੂਪੀ ਘਰ ਦੇ ਵਿੱਚ ਸੱਚ ਸਰੂਪ ਆਣ ਕੇ ਮਿਲਿਆ। ਨਾਨਕ ਸਾਜਨ ਕਉ ਬਲ ਜਾਈਏ, ਅਸੀਂ ਉਸ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ। ਸੱਚੇ ਸਤਿਗੁਰ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ। ਸਾਚ ਮਿਲੇ ਘਰ ਆਏ, ਜੋ ਸੱਚ ਸਰੂਪ ਸਾਡੇ ਅੰਤ ਸਰੂਪੀ ਘਰ ਦੇ ਵਿੱਚ ਆਣ ਕੇ ਸਾਨੂੰ ਪ੍ਰਾਪਤ ਹੋ ਗਿਆ ਹੈ ਜੀ। ਘਰ ਆਏ ਅੜੇ ਸਾਜਨਾ, ਤਾ ਧਨ ਖੜੀ ਸਰਸੀ ਰਾਮ। ਮਨੁੱਖ ਨਾਮ ਜਪਦਾ ਹੈ, ਨਿਤਨੇਮ ਕਰਦਾ ਹੈ, ਸਿਮਰਨ ਕਰਦਾ ਹੈ। ਜਦੋਂ ਤੱਕ ਇਸ ਦੇ ਹਿਰਦੇ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦਾ ਨਾਮ ਰਸ ਨਾ ਆਵੇ, ਉਦੋਂ ਤੱਕ ਆਨੰਦ ਵਾਲਾ ਜੀਵਨ ਹੈ ਜਿਹੜਾ ਉਹ ਨਹੀਂ ਬਣਦਾ।
ਜਿਹੜਾ ਆਨੰਦ ਵਾਲਾ ਜੀਵਨ ਹੈ, ਅਵਸਥਾ ਵਾਲਾ ਜੀਵਨ ਹੈ, ਉੱਚਾ ਸੁੱਚਾ ਤੇ ਜੀਵਨ ਹੈ, ਇਹ ਉਸ ਪ੍ਰਭੂ ਪਰਮਾਤਮਾ ਦੇ ਨਾਮ ਰਸ ਦੇ ਨਾਲ ਹੀ ਬਣਦਾ। ਜਿਵੇਂ ਅਸੀਂ ਫਸਲ ਬੀਜਦੇ ਹਾਂ, ਜ਼ਮੀਨ ਨੂੰ ਸੰਵਾਰਿਆ, ਉਹਦੇ 'ਚ ਬੀਜ ਪਾ ਦਿੱਤਾ ਹੈ, ਫਸਲ ਹੋ ਗਈ ਹੈ। ਅਤੇ ਕਈ ਵਾਰੀ ਇਸ ਤਰ੍ਹਾਂ ਦਾ ਹੋ ਜਾਂਦਾ, ਉਹਨੂੰ ਅੱਗੇ ਕੁਝ ਲੱਗਦਾ ਹੀ ਨਹੀਂ, ਫਲ ਹੀ ਨਹੀਂ ਲੱਗਦਾ, ਸਿਰੇ 'ਤੇ ਜਾ ਕੇ ਉਹ ਨਿਸੱਖਣੀ ਰਹਿ ਜਾਂਦੀ ਹੈ, ਬਿਨਾਂ ਫਲ ਤੋਂ ਰਹਿ ਜਾਂਦੀ ਹੈ। ਫਿਰ ਉਹ ਸਾਰੀ ਮਿਹਨਤ ਹੈ ਜਿਹੜੀ ਉਹ ਨਿਫਲੇ। ਮਿਹਨਤ ਉਦੋਂ ਹੀ ਪੱਲੇ ਪੈਂਦੀ ਹੈ ਜਦੋਂ ਨਾ ਸਾਨੂੰ ਫਸਲ ਨੂੰ ਵੇਚ ਕੇ ਅਤੇ ਆੜ੍ਹਤੀ ਤੋਂ ਪੈਸੇ ਲੈਂਦੇ ਹਾਂ ਨਾ, ਉਦੋਂ ਫਿਰ ਅੰਦਰ ਰਸ ਬਣਦਾ ਹੈ, ਅੰਦਰ ਖੁਸ਼ੀ ਹੁੰਦੀ ਹੈ। ਕਰ ਆਇੜੇ ਸਾਜਨਾ, ਇਸ ਤਰ੍ਹਾਂ ਉਸ ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਨੇ ਇਸ ਹਿਰਦੇ ਦੇ ਵਿੱਚ ਆਉਣਾ ਹੈ, ਆਏ ਨੇ। ਤਾਂ ਤਨ ਖਰੀ ਸਰਸੀ ਰਾਮ, ਤਾਂ ਫਿਰ, ਤਾਂ ਦਾ ਅਰਥ ਇੱਥੇ ਫਿਰ ਹੈ। ਜਿਵੇਂ ਆਪਾਂ ਕਹਿ ਦਿੰਦੇ ਨਾ, ਤਾਂ ਤੈਨੂੰ ਅਸੀਂ ਚੰਗਾ ਸਮਝਾਂਗੇ ਜੇ ਤੂੰ ਅੰਮ੍ਰਿਤ ਛਕ ਲਵੇਂ। ਤਾਂ ਕਈਆਂ ਨੂੰ ਕਹੀਦਾ ਗੁਰਮੁਖ ਪਿਆਰਿਆ ਗੁਰੂ ਵਾਲਾ ਹੋ ਜਾ, ਅੰਮ੍ਰਿਤ ਛਕ ਲਾ। ਉਹ ਕਹਿ ਦਿੰਦਾ ਮੈਂ ਤਾਂ ਚੰਗਾ ਹੀ ਹਾਂ, ਕੁਝ ਖਾਂਦਾ ਨਹੀਂ ਪੀਂਦਾ ਨਹੀਂ, ਅੰਮ੍ਰਿਤ ਵਰਗਾ ਹੀ ਹਾਂ। ਅਤੇ ਫਿਰ ਉਹਨੂੰ ਕਹਿ ਦਿੰਦਾ ਤਾਂ ਤੂੰ ਇਸ ਤਰ੍ਹਾਂ ਦਾ ਹੋਏਗਾ ਜੇ ਤੂੰ ਗੁਰੂ ਵਾਲਾ ਹੋਏਗਾ। ਤਾਂ ਦਾ ਅਰਥ ਫਿਰ ਵੀ ਹੁੰਦਾ ਹੈ ਘਰ ਆਇੜੇ ਸਾਜਨਾ, ਜਿਨ੍ਹਾਂ ਦੇ ਅੰਦਰ ਉਸ ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਨੇ ਵਾਸਾ ਕਰ ਲੈਣਾ। ਤਾਂ ਧਨ, ਫਿਰ ਉਹ ਜਿਗਿਆਸੂ ਹੈ ਜਿਹੜਾ ਖਰੀ, ਖਰੀ ਦਾ ਅਰਥ ਹੁੰਦਾ ਸ਼ੁੱਧ, ਜਿਹਦੇ ਵਿੱਚ ਕੋਈ ਮਿਲਾਵਟ ਨਾ ਹੋਵੇ। ਸਰਸੀ ਦਾ ਅਰਥ ਹੁੰਦਾ ਸ੍ਰੇਸ਼ਟ ਰਸ, ਰਸੀ, ਰਸ ਦੇ ਅੱਗੇ ਸੱਸਾ ਲੱਗ ਗਿਆ, ਸਰਸੀ ਸ੍ਰੇਸ਼ਟ ਰਸ। ਜਿਵੇਂ ਦਾਸ ਨੇ ਕੱਲ੍ਹ ਦੱਸਿਆ ਸੀ, ਆੜਾ ਲੱਗ ਜਾਏ ਅਤੇ ਅਰਥ ਉਲਟ ਹੋ ਜਾਂਦਾ। ਜਿਵੇਂ ਸਫਲ, ਇਹਦੇ ਅੱਗੇ ਆੜਾ ਲੱਗ ਗਿਆ, ਅਸਫਲ ਹੋ ਗਿਆ, ਭਾਵ ਫੇਲ ਹੋ ਗਿਆ। ਉਵੇਂ ਰਸੀ, ਰਸ ਤਾਂ ਹੈ, ਸਹਿ ਰਸੀ, ਸ੍ਰੇਸ਼ਟ ਰਸ ਰਾਮ। ਘਰ ਆਇੜੇ ਸਾਜਨਾ, ਉਹ ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਅੰਤਸਕਰਨ ਦੇ ਵਿੱਚ ਆਣ ਕੇ ਵਾਸਾ ਕਰਦੇ ਨੇ। ਤਾਂ ਧਨ ਖਰੀ ਸਰਸੀ ਰਾਮ, ਫਿਰ ਜਿਗਿਆਸੂ ਜਿਹੜਾ ਉਹਨੂੰ ਸ਼ੁੱਧ ਉਸ ਪ੍ਰਭੂ ਪਰਮਾਤਮਾ ਦੇ ਨਾਮ ਰਸ ਦੀ ਪ੍ਰਾਪਤੀ ਹੁੰਦੀ ਹੈ ਜੀ। ਹਰ ਮੋਹਿ ਅਲੀ ਸਾਚ ਸ਼ਬਦ, ਠਾਕੁਰ ਦੇਖ ਰਹੰਸੀ ਰਾਮ। ਮਨੁੱਖ ਦੇ ਅੰਦਰ ਜੇ ਮੋਹ ਨਾ ਪੈਦਾ ਹੋਵੇ ਤੇ ਫਿਰ ਉਹਦਾ ਲਗਾਵ ਨਹੀਂ ਬਣਦਾ। ਧੰਨ ਗੁਰੂ ਅਮਰਦਾਸ ਜੀ ਨੇ ਮੋਹ ਦੀ ਵਡਿਆਈ ਵੀ ਕੀਤੀ ਹੈ। ਅਤੇ ਇਹ ਮੋਹ ਜਿਹੜਾ, ਇਹਦੇ ਵਿੱਚ ਇੱਕ ਔਗਣ ਵੀ ਹੈ। ਜੇ ਇੱਕ ਤਰਫਾ ਮੋਹ ਹੋ ਜਾਵੇ ਤੇ ਫਿਰ ਇਹ ਬੁਰਿਆਈ ਬਣ ਜਾਂਦੀ ਹੈ, ਭਾਵ ਆਪਣੇ ਪਰਿਵਾਰ ਨੂੰ ਮੋਹ ਕਰੀ ਜਾਣਾ ਅਤੇ ਦੂਜਿਆਂ ਨੂੰ ਬੁਰਾ ਸਮਝਣਾ, ਇਹ ਬੁਰਿਆਈ ਬਣ ਗਈ ਹੈ। ਜੇ ਸਾਰੇ ਜੀਵਾਂ ਨੂੰ ਉਸ ਪ੍ਰਭੂ ਪਰਮਾਤਮਾ ਦਾ ਰੂਪ ਜਾਣ ਕੇ ਇਹਨਾਂ ਦਾ ਮੋਹ ਅੰਦਰ ਆਵੇ, ਸਾਰੀ ਸੰਗਤ ਦਾ, ਸਾਰੇ ਗੁਰਮੁਖ ਪਿਆਰਿਆਂ ਦਾ ਮੋਹ ਅੰਦਰ ਆਵੇ, ਤੇ ਫਿਰ ਇਹ ਚੰਗਾ ਹੋ ਜਾਂਦਾ ਹੈ। ਗੁਰੂ ਅਮਰਦਾਸ ਜੀ ਆਨੰਦ ਸਾਹਿਬ ਜੀ ਦੀ ਬਾਣੀ ਦੇ ਅੰਦਰ ਦਰਜ ਕਰਦੇ ਨੇ, ਹਉ ਕੁਰਬਾਨ ਕੀਤਾ ਤਿਸੇ ਵੇਟੋ, ਜਿਨ ਮੋਹ ਮੀਠਾ ਲਾਇਆ। ਜਿਸ ਪ੍ਰਭੂ ਪਰਮਾਤਮਾ ਨੇ ਸਾਡੇ ਅੰਦਰ ਮੋਹ ਦੀ ਮਿਠਾਸ ਭਰੀ ਏ, ਜੇ ਮੋਹ ਦੀ ਮਿਠਾਸ ਨਾ ਭਰੀ ਹੁੰਦੀ ਤੇ ਇਹ ਸੰਸਾਰ ਦੀ ਜਿਹੜੀ ਰਚਨਾ, ਅਸੀਂ ਆਪਣੇ ਬੱਚਿਆਂ ਨੂੰ ਮੋਹ ਵਸ ਹੋ ਕੇ, ਪਸ਼ੂ ਪੰਛੀ ਆਪਣੇ ਬੱਚਿਆਂ ਨੂੰ ਮੋਹ ਵਸ ਹੋ ਕੇ ਅੱਗੇ ਤੋਂ ਅੱਗੇ ਪਾਲਣਾ ਕਰਦੇ ਨੇ ਨਾ, ਤੇ ਸੰਸਾਰ ਦੀ ਰਚਨਾ ਚਲਦੀ ਰੁਕ ਜਾਣੀ ਸੀ। ਹਰ ਮੋਹਿੜੀ, ਇਹ ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਉਸ ਪ੍ਰਭੂ ਪਰਮਾਤਮਾ ਨੇ ਕਿਰਪਾ ਕੀਤੀ, ਸਾਨੂੰ ਆਪਣੇ ਮੋਹ ਦੇ ਵਿੱਚ ਜਕੜ ਲਿਆ ਹੈ। ਆਪਣੇ ਮੋਹ ਦੇ ਵਿੱਚ ਉਸ ਵਾਹਿਗੁਰੂ ਪਰਮਾਤਮਾ ਨੇ ਸਾਨੂੰ ਪਾ ਦਿੱਤਾ ਸਾਚ ਸ਼ਬਦ। ਅਤੇ ਮੋਹ ਦੇ ਵਿੱਚ ਆਇਆ ਮਨੁੱਖ ਫਿਰ ਕੀ ਕਰਦਾ ਹੈ, ਸੱਚੇ ਸਤਿਗੁਰੂ ਦਾ ਸੱਚਾ ਸ਼ਬਦ ਉਹਦੇ ਨਾਲ ਜੁੜਦਾ ਹੈ। ਸਾਨੂੰ ਨਿਤਨੇਮ ਦਾ ਮੋਹ ਆਉਂਦਾ ਹੈ, ਅੰਮ੍ਰਿਤ ਵੇਲੇ ਉੱਠੀਦਾ ਹੈ, ਨਿਤਨੇਮ ਕਰੀਦਾ ਹੈ, ਨਿਤਨੇਮ ਦਾ ਸਿਮਰਨ ਦਾ ਮੋਹ ਆਉਂਦਾ ਹੈ, ਅਤੇ ਫਿਰ ਸਿਮਰਨ ਕੀਤਾ ਜਾਂਦਾ। ਜੇ ਅੰਦਰ ਮੋਹ ਹੀ ਨਾ ਹੋਵੇ, ਪਿਆਰ ਹੀ ਨਾ ਹੋਵੇ, ਅਤੇ ਫਿਰ ਇਹ ਕੁਝ ਕਰਨ ਨੂੰ ਮਨ ਹੀ ਨਹੀਂ ਕਰਦਾ। ਹਰ ਮੋਹਿੜੀ ਹਰੀ, ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਸਾਡੇ ਅੰਦਰ ਮੋਹ ਪੈਦਾ ਕੀਤਾ, ਸਾਨੂੰ ਮੋਹ ਲਿਆ ਹੈ ਸਾਚ ਸ਼ਬਦ ਉੱਤੇ। ਅਸੀਂ ਸੱਚੇ ਸਤਿਗੁਰ ਦੇ ਸੱਚੇ ਸ਼ਬਦ ਦੇ ਨਾਲ ਜੁੜੇ ਹਾਂ। ਠਾਕੁਰ ਦੇਖ ਰਹੰਸੀ ਰਾਮ, ਇਸ ਤਰ੍ਹਾਂ ਸੱਚੇ ਸ਼ਬਦ ਦੇ ਨਾਲ ਜੁੜਿਆ ਪ੍ਰਭੂ ਪਰਮਾਤਮਾ ਦੇ ਅੰਦਰ ਦਰਸ਼ਨ ਹੁੰਦੇ ਨੇ, ਜਿਹਦੇ ਨਾਲ ਮਨ ਪ੍ਰਸੰਨ ਹੁੰਦਾ ਹੈ ਜੀ। ਗੁਣ ਸੰਗ ਰਹੰਸੀ ਖਰੀ ਸਰਸੀ, ਜਾਦਾ ਵੀ ਰੰਗ ਰਾਧੈ। ਉਸ ਪ੍ਰਭੂ ਪਰਮਾਤਮਾ ਦੇ ਗੁਣ ਨੇ
ਤੇ ਗੁਣਾਂ ਦੇ ਨਾਲ ਹੀ ਮਨ ਦੀ ਪ੍ਰਸ਼ੰਸਾ ਬਣਦੀ ਏ। ਗੁਣ ਸੰਗ ਰਹੰਸੀ, ਜਿਹੜੀ ਮਨ ਦੀ ਪ੍ਰਸ਼ੰਸਾ ਹੈ ਨਾ, ਰਹੰਸੀ ਦਾ ਅਰਥ ਹੈ ਮਨ ਦਾ ਖੁਸ਼ ਹੋ ਜਾਣਾ, ਮਨ ਦਾ ਵਿਸਮਾਦ ਵਿੱਚ ਚਲਾ ਜਾਣਾ, ਮਨ ਦਾ ਪ੍ਰਸੰਨ ਹੋ ਜਾਣਾ। ਗੁਣ ਸੰਗ ਰਹੰਸੀ, ਗੁਣਾਂ ਦੇ ਨਾਲ ਹੀ ਮਨ ਨੂੰ ਖੁਸ਼ੀ ਮਿਲਦੀ ਹੈ, ਮਨ ਨੂੰ ਪ੍ਰਸ਼ੰਸਾ ਮਿਲਦੀ ਹੈ। ਬੱਚੇ ਹੁੰਦੇ ਨੇ ਜੇ ਉਹਨਾਂ ਵਿੱਚ ਗੁਣ ਹੋਣ ਤੇ ਮਾਤਾ ਪਿਤਾ ਆਪਣੇ ਬੱਚਿਆਂ ਦੇ ਗੁਣ ਵੇਖ ਕੇ ਬੜੇ ਖੁਸ਼ ਹੋ ਜਾਂਦੇ ਨੇ। ਇੱਕ ਵਾਰੀ ਨਾ ਸਾਰੇ ਅਧਿਆਪਕ ਬੈਠੇ ਸਨ ਤੇ ਜਿਵੇਂ ਹੁਣ ਬੱਚਿਆਂ ਦੇ ਪੇਪਰ ਹੋਣਗੇ, ਬੱਚਿਆਂ ਨੂੰ ਛੁੱਟੀਆਂ ਹੋ ਜਾਣਗੀਆਂ, ਅਧਿਆਪਕ ਸਕੂਲ ਜਾਇਆ ਕਰਨਗੇ, ਮਾਸਟਰ ਸਕੂਲ ਜਾਣਗੇ ਤੇ ਉਹ ਪੇਪਰ ਚੈੱਕ ਕਰਨਗੇ। ਉੱਥੇ ਕਈ ਵਾਰੀ ਥੋੜ੍ਹਾ ਜਿਹਾ ਵਿਹਲਾ ਟਾਈਮ ਮਿਲ ਜਾਂਦਾ, ਉਦੋਂ ਫਿਰ ਇੱਕ ਦੂਜੇ ਦੇ ਨਾਲ ਵਿਚਾਰਾਂ ਕਰਨ ਦਾ ਸਮਾਂ ਮਿਲਦਾ ਹੈ। ਸਾਰੇ ਸਟਾਫ ਬੈਠੇ ਹੋਏ ਨੇ ਨਾ, ਕੁਦਰਤੀ ਗੱਲਾਂ ਚੱਲ ਪਈਆਂ, ਜਰਨਲ ਨੌਲੇਜ ਦੀਆਂ ਗੱਲਾਂ ਚੱਲਦਿਆਂ ਚੱਲਦਿਆਂ ਦੇ ਵਿੱਚੋਂ ਇੱਕ ਦੂਜੇ ਤੋਂ ਸਵਾਲ ਪੁੱਛਣ ਲੱਗ ਗਏ ਜਰਨਲ ਨੌਲੇਜ ਦੇ। ਉਹਨਾਂ ਸਵਾਲਾਂ ਦੇ ਵਿੱਚੋਂ ਕਿਸੇ ਇੱਕ ਨੇ ਸਵਾਲ ਕਰ ਦਿੱਤਾ ਵੀ ਦੱਸੋ ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ ਸਭ ਤੋਂ ਅਮੀਰ ਕੌਣ ਹੈ? ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ ਸਭ ਤੋਂ ਅਮੀਰ ਕੌਣ ਹੈ? ਕੋਈ ਟਾਟਾ ਬਿਰਲਾ ਦਾ ਨਾਂ ਲੈਣ ਲੱਗ ਗਿਆ, ਕੋਈ ਅਬਾਨੀ ਅਡਾਨੀ ਦਾ ਨਾਂ ਲੈਣ ਲੱਗ ਗਿਆ, ਕੋਈ ਹੋਰ ਸੰਸਾਰ ਦੇ ਬੜੇ ਅਮੀਰ ਨੇ ਉਹਨਾਂ ਦੇ ਨਾਂ ਲੈਣ ਲੱਗ ਗਏ। ਤੇ ਚਲੋ ਥੋੜ੍ਹੀ ਜਿਹੀ ਮੇਰੀ ਵਡਿਆਈ ਕਰ ਲਓ ਤੁਸੀਂ, ਜਿਹਦੇ ਨਾਲ ਥੋੜ੍ਹੀ ਜਿਹੀ ਨਿੰਦਿਆ ਹੋ ਜਾਵੇ। ਦਾਸ ਵੀ ਬੈਠਾ ਸੀ ਪਰ ਮੈਂ ਚੁੱਪ ਰਿਹਾ। ਜਦੋਂ ਚੁੱਪ ਰਿਹਾ ਕਹਿੰਦੇ ਜੀ ਤੁਸੀਂ ਚੁੱਪ ਹੋ, ਕੋਈ ਨਵਾਂ ਹੀ ਸੱਪ ਕੱਢੋਗੇ? ਮੈਂ ਕਿਹਾ ਹਾਂ ਜੀ। ਮੈਂ ਇਹ ਸਾਰੇ ਜਿਹੜੇ ਨੇ ਨਾ ਇਹ ਅਮੀਰ ਨਹੀਂ ਹੈਗੇ। ਕਹਿੰਦੇ ਜੀ ਫਿਰ ਦੱਸੋ ਕਿਹੜਾ ਅਮੀਰ ਹੈ? ਮੈਂ ਕਿਹਾ ਉਹ ਅਮੀਰ ਹੈ ਜਿਹਦੀ ਸੰਤਾਨ ਔਲਾਦ ਚੰਗੀ ਹੋਵੇ। ਕਹਿੰਦੇ ਜੀ ਫਿਰ ਸਿੱਧ ਕਰਕੇ ਵਿਖਾਓ। ਇੱਕ ਬੱਚਾ ਹੋਵੇ, ਉਹਦਾ ਮਾਤਾ ਪਿਤਾ ਦਿਹਾੜੀ ਕਰਦਾ ਹੋਵੇ, 2 ਦਿਨਾਂ ਦਾ ਵਿਆਹ ਪ੍ਰਸ਼ਾਦਾ ਉਹਦੇ ਹੱਥ 'ਤੇ ਰੱਖਿਆ ਹੋਵੇ ਤੇ ਖਾਣ ਨੂੰ ਉੱਤੇ ਚਟਨੀ ਹੋਵੇ, ਉਹ ਬੁਰਕੀ ਮੂੰਹ 'ਚ ਪਾਉਣ ਲੱਗਾ ਹੋਵੇ ਤੇ ਕੋਈ ਆਣ ਕੇ ਕਹਿ ਦੇਵੇ ਨਾ ਤੇਰੇ ਪੁੱਤਰ ਨੇ +2 ਚੋਂ ਜਾਂ 10ਵੀਂ ਚੋਂ ਫਸਟ ਡਿਵੀਜ਼ਨ ਪ੍ਰਾਪਤ ਕੀਤੀ ਹੈ, ਤੇ ਉਹ ਬੁਰਕੀ ਅੰਮ੍ਰਿਤਮਈ ਬਣ ਜਾਂਦੀ ਹੈ। ਇਸੇ ਤਰ੍ਹਾਂ 36 ਪ੍ਰਕਾਰ ਦਾ ਭੋਜਨ ਮੇਜ਼ 'ਤੇ ਲੱਗਿਆ ਹੋਵੇ ਤੇ ਇਹਦਾ ਪਿਤਾ ਵੀ ਬੁਰਕੀ ਮੂੰਹ 'ਚ ਪਾਉਣ ਲੱਗਾ ਹੋਵੇ ਤੇ ਕੋਈ ਆਣ ਕੇ ਕਹਿ ਦੇਵੇ ਤੇਰੇ ਪੁੱਤਰ ਨੇ ਨਸ਼ੇ ਦੇ ਵਿੱਚ ਆਣ ਕੇ ਪਿੰਡ 'ਚ ਕਾਲੀ ਕਰਤੂਤ ਕਰ ਦਿੱਤੀ ਹੈ ਤੇ ਪਿੰਡ ਵਾਲੇ ਉਹਦਾ ਮੂੰਹ ਕਾਲਾ ਕਰਕੇ ਖੋਤੀ 'ਤੇ ਚੜ੍ਹਾਉਣ ਲੱਗੇ ਨੇ ਤੇ ਇਹ ਬੁਰਕੀ ਜ਼ਹਿਰ ਬਣ ਜਾਣੀ ਹੈ। ਹੁਣ ਦੇਖੋ ਅਮੀਰ ਕੌਣ ਹੈ? ਅਮੀਰ ਉਹੀ ਹੈ ਨਾ ਜਿਹਨੂੰ ਖਾਣ ਦੇ ਵਿੱਚ ਰਸ ਹੁੰਦਾ ਹੈ, ਜਿਹਦਾ ਮਨ ਖੁਸ਼ ਹੈ। ਹੁਣ ਚੰਗੀ ਸੰਤਾਨ, ਚੰਗੀ ਔਲਾਦ ਹੈ ਜਿਹੜੀ, ਉਹ ਮਨੁੱਖ ਹੈ ਜਿਹੜਾ, ਉਹ ਦੁਨੀਆ ਦੇ ਵਿੱਚ ਸਭ ਤੋਂ ਅਮੀਰ ਹੈ, ਸਭ ਤੋਂ ਖੁਸ਼ ਹੈ। ਇਹਨੂੰ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਦੱਸਦੇ ਨੇ ਗੁਣ ਸੰਗ, ਇਹ ਗੁਣ ਨੇ। ਗੁਣਾਂ ਦੇ ਨਾਲ ਮਨੁੱਖ ਜਿਹੜਾ ਰਹੰਸੀ, ਉਹ ਪ੍ਰਸੰਨ ਹੋ ਸਕਦਾ, ਬਿਨਾਂ ਗੁਣਾਂ ਤੋਂ ਖੁਸ਼ ਨਹੀਂ ਹੋ ਸਕਦਾ। ਮਾਇਆ ਕਿਸੇ ਨੂੰ ਖੁਸ਼ ਨਹੀਂ ਕਰ ਸਕਦੀ। ਗੁਣ ਸੰਗ ਰਹੰਸੀ ਖਰੀ ਸਰਸੀ, ਜਿਨ੍ਹਾਂ ਦੇ ਅੰਦਰ ਗੁਣ ਨੇ ਉਹਨਾਂ ਦੇ ਉੱਤੇ ਸੱਚੇ ਸਤਿਗੁਰ ਦੀ ਕਿਰਪਾ ਹੈ। ਰਹੰਸੀ ਉਹ ਪ੍ਰਸੰਨ ਨੇ, ਖੁਸ਼ ਨੇ। ਖਰੀ ਸਰਸੀ ਤੇ ਸ੍ਰੇਸ਼ਟ ਰਸ ਦੇ ਮਾਲਕ ਨੇ ਉਹ। ਜਾਂ ਰਾਵੀ ਰੰਗ ਰਾਤੇ, ਉਹ ਮਾਣਦੇ ਨੇ। ਰਾਵੀ ਦਾ ਅਰਥ ਹੁੰਦਾ ਮਾਨਣਾ, ਰੰਗ ਦਾ ਅਰਥ ਹੈ ਪ੍ਰੇਮ, ਰਾਤੇ ਦਾ ਅਰਥ ਹੈ ਰੰਗੇ ਹੋਏ। ਗੁਣ ਕਿਹੜਾ? ਉਹ ਪ੍ਰਭੂ ਪਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਹੋਏ, ਉਸ ਪ੍ਰਭੂ ਪਰਮਾਤਮਾ ਨੂੰ ਮਾਣ ਲਏ ਨੇ। ਇਸ ਕਰਕੇ ਇਸ ਗੁਣ ਦੇ ਲਈ ਉਹ ਪ੍ਰਭੂ ਪਰਮਾਤਮਾ ਕਿਰਪਾ ਕਰਦਾ, ਉਹਨਾਂ ਦੇ ਮਨ ਦੇ ਵਿੱਚ, ਹਿਰਦੇ ਦੇ ਵਿੱਚ ਖੁਸ਼ੀ ਦੀ ਦਾਤ ਬਖਸ਼ਿਸ਼ ਕਰਦਾ ਹੈ ਜੀ। ਅਵਗਣ ਮਾਰ ਗੁਣੀ ਕਰ ਛਾਇਆ, ਪੂਰੇ ਪੁਰਖ ਵਿਧਾਤਾ। ਪੂਰੇ ਦਾ ਅਰਥ ਹੁੰਦਾ ਪੂਰਨ ਰੂਪ ਦੇ ਵਿੱਚ, ਪੁਰਖ ਦਾ ਅਰਥ ਹੁੰਦਾ ਪੂਰਨ ਰੂਪ ਦੇ ਵਿੱਚ ਰੱਖਿਆ ਕਰਨ ਵਾਲਾ। ਵਿਧਾਤੇ ਦਾ ਅਰਥ ਹੈ ਸਾਡੇ ਲੇਖ ਲਿਖਣ ਵਾਲਾ, ਸਾਡੇ ਕਰਮ ਲਿਖਣ ਵਾਲਾ, ਇਹਨੂੰ ਵਿਧਾਤਾ ਆਖਿਆ ਜਾਂਦਾ ਹੈ। ਅਵਗੁਣ ਮਾਰ ਗੁਣੀ ਘਰ ਛਾਇਆ। ਅਵਗੁਣ ਮਾਰ, ਜਦੋਂ ਅਸੀਂ ਨਾਮ ਜਪਦੇ ਹਾਂ, ਸਿਮਰਨ ਕਰਦੇ ਹਾਂ, ਤੇ ਨਾਮ ਦੇ ਵਿੱਚ ਫਿਰ ਸਮਰੱਥਾ ਹੈ। ਅਵਗੁਣ ਸ਼ਬਦ ਜਲਾਏ ਗੁਣ ਸੰਗਮ ਪ੍ਰਪਾਏ। ਧੰਨ ਗੁਰਬਾਣੀ ਦੇ ਅੰਦਰ ਫਰਮਾਨ ਆਉਂਦਾ ਹੈ ਅਵਗੁਣ ਸ਼ਬਦ ਜਲਾਏ। ਜਿਹੜੇ ਅਵਗੁਣ ਨੇ ਨਾ, ਇਹ ਸ਼ਬਦ ਸਾੜਦਾ ਹੈ। ਨਾਨਕ ਅਵਗੁਣ ਸ਼ਬਦ ਜਲਾਏ। ਧੰਨ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਕਿ ਜਿਹੜੇ ਸਾਡੇ ਅਵਗੁਣ ਨੇ ਨਾ, ਉਹਨਾਂ ਅਵਗੁਣਾਂ ਨੂੰ ਸਾੜਨ ਵਾਲਾ ਸ਼ਬਦ ਹੈ ਗੁਣ ਸੰਗਮ ਪ੍ਰਪਾਏ।
ਤੇ ਗੁਣ ਨੇ ਜਿਹੜੇ ਉਸ ਪ੍ਰਭੂ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਨੂੰ ਪ੍ਰਾਪਤ ਹੁੰਦੇ ਨੇ, ਗੁਰੂ ਤੋਂ ਮਿਲਦੇ ਨੇ। ਹੁਣ ਇੱਥੇ ਗੁਰੂ ਜੀ ਦੱਸ ਰਹੇ ਨੇ ਅਵਗੁਣ ਮਾਰ, ਨਾਮ ਜਪਣ ਦੇ ਨਾਲ ਅਵਗੁਣ ਮਾਰੇ ਜਾਂਦੇ ਨੇ, ਨਾਸ ਹੋ ਜਾਂਦੇ ਨੇ। ਗੁਣੀ ਘਰ ਛਾਇਆ, ਤੇ ਸਾਡੇ ਘਰੇ ਜਿਹੜੇ ਗੁਣ ਨੇ ਨਾ ਉਹ ਛਾ ਜਾਂਦੇ ਨੇ, ਭਾਵ ਆ ਜਾਂਦੇ ਨੇ। ਪੂਰੇ ਪੁਰਖ ਵਿਧਾਤੇ, ਇਹ ਪਰਿਪੂਰਨ ਰੂਪ ਦੇ ਵਿੱਚ ਰੱਖਿਆ ਕਰਨ ਵਾਲਾ ਪਰਿਪੂਰਨ ਪਰਮਾਤਮਾ ਜੋ ਲੇਖ ਲਿਖਣ ਵਾਲਾ ਹੈ, ਉਸ ਦੀ ਵਡਿਆਈ ਹੈ ਜੀ। ਤਸਕਰ ਮਾਰ ਵਸੀ ਪੰਚਾਇਣ ਅਗਲ ਕੜੇ ਵਿਚਾਰੇ। ਤਸਕਰ ਕਹਿੰਦੇ ਨੇ ਚੋਰ ਨੂੰ। ਇਸ ਸਰੀਰ ਦੇ ਅੰਦਰ 5 ਚੋਰ ਦੱਸੇ ਗਏ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ 5 ਚੋਰ ਨੇ। ਤਸਕਰ ਮਾਰ, ਸ਼ਬਦ ਦੀ ਕਮਾਈ ਕਰਨ ਦੇ ਨਾਲ ਨਾ ਜਿਹੜੇ ਤਸਕਰ ਇਹ 5 ਚੋਰ ਨੇ ਇਹ ਵੀ ਮਾਰੇ ਜਾਂਦੇ ਨੇ। ਵਸੀ ਪੰਚਾਇਨ, 5 ਆਇਨ। ਆਇਨ ਦਾ ਅਰਥ ਹੁੰਦਾ ਘਰ, ਤੇ 5 ਦਾ ਅਰਥ ਹੁੰਦਾ ਭਲਾ। ਭਲੇ ਘਰ ਦੇ ਵਿੱਚ ਵਾਸਾ ਹੋ ਜਾਂਦਾ। ਭਲਾ ਘਰ ਹੁਣ ਕੀ ਏ? ਇਹ ਸੱਚਖੰਡ ਏ, ਬੈਕੁੰਠ ਹੈ। ਭਲਾ ਕਰ ਕੀ ਏ? ਸਤ ਸੰਗਤ ਭਲਾ ਕਰ ਹੈ। ਤਸਕਰ ਮਾਰ ਵਸੀ ਪੰਚਾਇਨ, ਜਦੋਂ ਨਾਮ ਦੀ ਕਮਾਈ ਕਰੀਦੀ ਹੈ, ਨਾਮ ਦਾ ਅਭਿਆਸ ਕਰੀਦਾ, ਤੇ ਫਿਰ ਇਹ 5 ਚੋਰ ਨੇ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਮਾਰੇ ਜਾਂਦੇ ਨੇ। ਤੇ ਸਤ ਸੰਗਤ ਦੇ ਵਿੱਚ ਆਣ ਕੇ ਫਿਰ ਬੈਠ ਜਾਈਦਾ। ਸਤ ਸੰਗਤ ਦੇ ਵਿੱਚ ਸਾਡਾ ਵਾਸਾ ਹੋ ਜਾਂਦਾ ਹੈ। ਅਦਲ, ਅਦਲ ਦਾ ਕਰਨ ਦਾ ਫੈਸਲਾ। ਅਦਲ ਤੋਂ ਅਦਾਲਤ ਬਣੀਏ। ਕਚਹਿਰੀਆਂ ਨੂੰ ਅਸੀਂ ਅਦਾਲਤ ਆਖ ਦਿੰਦੇ ਹਾਂ। ਅਦਲ ਦਾ ਅਰਥ ਹੁੰਦਾ ਫੈਸਲਾ, ਅਦਲ ਤੋਂ ਅਦਾਲਤ, ਤੇ ਅਦਾਲਤ ਤੋਂ ਅਦਾਲਤਕਾਰੀ, ਭਾਵ ਫੈਸਲਾ ਕਰਨ ਵਾਲਾ, ਜਾਂ ਅਦਾਲਤੀ, ਫੈਸਲਾ ਕਰਨ ਵਾਲਾ। ਤਸਕਰ ਮਾਰ ਵਸੀ ਪੰਚਾਇਨ, ਜਿਨ੍ਹਾਂ ਨੇ ਨਾਮ ਦੇ ਅਭਿਆਸ ਦੇ ਨਾਲ 5 ਚੋਰਾਂ ਨੂੰ ਮਾਰ ਲਿਆ ਹੈ, ਉਹਨਾਂ ਦਾ ਸਤ ਸੰਗਤ ਦੇ ਵਿੱਚ ਵਾਸਾ ਹੋ ਗਿਆ। ਅਦਲ ਕਰੇ ਵਿਚਾਰੇ, ਉਹ ਪ੍ਰਭੂ ਪਰਮਾਤਮਾ ਫੈਸਲਾ ਕਰਦਾ ਸਾਡੀ ਵਿਚਾਰ ਕਰਕੇ। ਮਨੁੱਖ ਦਾ ਜੇ ਵੇਖੀਏ ਨਾ, ਸਾਰਾ ਜੀਵਨ ਉਹ ਵਿਚਾਰ ਦੇ ਉੱਤੇ ਨਿਰਭਰ ਹੈ। ਉਸ ਪ੍ਰਭੂ ਪਰਮਾਤਮਾ ਨੇ ਵੇਖਣਾ ਇਹ ਕਿ ਇਹਦੇ ਅੰਦਰ ਵਿਚਾਰ ਕੀ ਚੱਲ ਰਹੀ ਹੈ। ਉਹਨੇ ਸਾਡੀ ਸਰੀਰ ਦੀ ਕਿਰਿਆ ਨੂੰ ਵੇਖਣਾ ਹੀ ਨਹੀਂ। ਸਰੀਰ ਨਾਲ ਅਸੀਂ ਜਿਹੜੀ ਕਿਰਿਆ ਮਰਜ਼ੀ ਕਰੀ ਜਾਈਏ, ਜੋ ਮਰਜ਼ੀ ਕਰੀ ਜਾਈਏ, ਪ੍ਰਭੂ ਪਰਮਾਤਮਾ ਨੇ ਸਾਡੇ ਅੰਦਰ ਦੀ ਵਿਚਾਰ ਨੂੰ ਵੇਖਣਾ ਹੈ। ਜੇ ਮੈਂ ਸੰਕੋਚ ਨਾ ਕਰਾਂ ਤੇ ਖੁਲਾਸਾ ਕਰਦੇ ਹਾਂ, ਕਈ ਵਾਰੀ ਅਸੀਂ ਬਾਣੀ ਪੜ੍ਹਦੇ ਹੁੰਦੇ ਹਾਂ, ਨਿਤਨੇਮ ਕਰਦੇ ਹਾਂ, ਬਾਣੀ ਪੜ੍ਹੀ ਜਾਂਦੀ ਹੁੰਦੀ ਹੈ, ਸਾਡੀ ਰਸਨਾ, ਸਾਡੀ ਜ਼ਬਾਨ ਹੈ ਜਿਹੜੀ, ਇਹਦੇ ਤੋਂ ਬਾਣੀ ਦੇ ਸ਼ਬਦ ਉਚਰ ਰਹੇ ਹੁੰਦੇ ਨੇ, ਤੇ ਮਨ ਦੇ ਵਿੱਚ ਵਿਚਾਰ ਬੜੀ ਗਲਤ ਚੱਲ ਰਹੀ ਹੁੰਦੀ ਹੈ। ਹੁਣ ਫੈਸਲਾ ਜਿਹੜਾ ਹੈ ਉਹ ਵਿਚਾਰ ਦੇ ਉੱਤੇ ਨਿਰਭਰ ਹੈ। ਅਦਰ ਕਰੇ ਵਿਚਾਰੇ, ਉਹਨੇ ਸਾਡੇ ਅੰਦਰ ਦੀ ਵਿਚਾਰ ਨੂੰ ਲੈ ਕੇ ਨਾ ਵਿਚਾਰਨਾ ਹੈ ਤੇ ਉਹਦੇ ਨਾਲ ਫੈਸਲਾ ਕਰਨਾ ਹੈ। ਇਹ ਨਹੀਂ ਵੇਖਣਾ ਵੀ ਇਹਨੇ ਗੁਟਕਾ ਸਾਹਿਬ ਹੱਥ 'ਚ ਪੜ੍ਹਿਆ ਤੇ ਬਾਣੀ ਪੜ੍ਹ ਰਿਹਾ, ਸਾਡੇ ਅੰਦਰ ਕੀ ਚੱਲ ਰਹੀ ਹੈ, ਬੁਰਿਆਈ ਚੱਲ ਰਹੀ ਹੈ ਕਿ ਅੱਛਾਈ ਚੱਲ ਰਹੀ ਹੈ। ਹੱਥ ਵਿੱਚ ਗੁਟਕਾ ਸਾਹਿਬ ਹੈ, ਅੱਖਾਂ ਵੇਖ ਰਹੀਆਂ ਨੇ। ਅੱਖਾਂ ਦਾ ਕਰਮ ਹੈ ਕੇਵਲ ਵੇਖਣਾ, ਇਹੀ ਗੁਣ ਹੈ ਅੱਖਾਂ ਦੇ ਵਿੱਚ। ਅੱਖਾਂ ਵੇਖ ਸਕਦੀਆਂ ਨੇ, ਬੋਲ ਨਹੀਂ ਸਕਦੀਆਂ। ਅੱਖਾਂ ਨੂੰ ਸਮਝ ਵੀ ਕੋਈ ਨਹੀਂ ਵੀ ਇਹ ਕੀ ਹੈ। ਅੱਖਾਂ ਨੇ ਜਿਹੜੀਆਂ, ਇਹਨੂੰ ਅੱਖਰ ਦੀ ਸਮਝ ਨਹੀਂ, ਇਹ ਸਿਰਫ ਆਕ੍ਰਿਤੀ ਹੈ ਜਿਹੜੀ ਉਹ ਸੂਖਸ਼ਮ ਨਾੜਾਂ ਦੇ ਨਾਲ ਦਿਮਾਗ ਤੱਕ ਪਹੁੰਚਾਉਂਦੀਆਂ ਨੇ, ਤੇ ਦਿਮਾਗ ਹੈ ਜਿਹੜਾ ਫਿਰ ਉਹਨੂੰ ਸਮਝਦਾ ਵੀ ਇਹ ਆੜਾ ਹੈ, ਇਹ ਦੱਦਾ ਹੈ, ਤੇ ਇਹ ਲੱਲਾ ਹੈ, ਅਦਲ ਬਣ ਗਿਆ। ਹੁਣ ਅੱਖਾਂ ਨਹੀਂ ਬੋਲ ਸਕਦੀਆਂ, ਕੰਨ ਨਹੀਂ ਬੋਲ ਸਕਦੇ, ਦਿਮਾਗ ਫਿਰ ਸਾਡੀ ਰਸਨਾ ਨੂੰ ਪ੍ਰੇਰਦਾ ਹੈ ਉਸੇ ਤਰੀਕੇ ਦੇ ਨਾਲ ਜਿਵੇਂ ਅੱਖਾਂ ਦਾ ਸੰਚਾਲਨ ਦਿਮਾਗ ਨਾਲ ਹੈ, ਉਸੇ ਤਰ੍ਹਾਂ ਰਸਨਾ ਦਾ ਜਿਹੜਾ ਸੰਚਾਲਨ ਹੈ ਉਹ ਦਿਮਾਗ ਦੇ ਨਾਲ ਹੈ। ਫਿਰ ਰਸਨਾ ਦੇ ਵਿੱਚੋਂ ਹੀ ਸ਼ਬਦ ਨਿਕਲਦਾ ਹੈ। ਅੱਖਾਂ ਵੇਖਦੀਆਂ ਨੇ, ਦਿਮਾਗ ਸਮਝਦਾ ਹੈ, ਤੇ ਜ਼ਬਾਨ ਬੋਲ ਰਹੀ ਹੈ। ਇਹ ਇੱਕ ਪ੍ਰਵਾਹ ਚੱਲ ਪਿਆ ਹੈ। ਇਸ ਪ੍ਰਵਾਹ ਦੇ ਵਿੱਚ ਇਸ਼ਨਾਨ ਕਰਨਾ ਸਾਡੇ ਮਨ ਨੇ, ਤੇ ਮਨ ਜਿਹੜਾ ਉਹ ਹੈ ਹੀ ਨਹੀਂ ਇੱਥੇ। ਕਈ ਵਾਰੀ ਤਾਂ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ, ਅਚਨਚੇਤ ਕੋਈ ਆਣ ਕੇ ਸਾਡੇ ਹੱਥ 'ਚੋਂ ਗੁਟਕਾ ਸਾਹਿਬ ਪਕੜ ਲੈਣਾ ਤੇ ਸਾਨੂੰ ਹੀ ਨਹੀਂ ਪਤਾ ਲੱਗਦਾ ਵੀ ਅਸੀਂ ਬਾਣੀ ਕਿਹੜੀ ਪੜ੍ਹ ਰਹੇ ਸੀ। ਚਲੋ ਜੇ ਬਾਣੀ ਦਾ ਪਤਾ ਹੋਵੇ ਨਾ ਵੀ ਜਪਜੀ ਸਾਹਿਬ ਜਾਂ ਆਨੰਦ ਸਾਹਿਬ ਪੜ੍ਹ ਰਹੇ ਸੀ, ਤੇ ਫਿਰ ਇਹ ਨਹੀਂ ਪਤਾ ਹੁੰਦਾ ਕਿਹੜੀ ਪੌੜੀ 'ਤੇ ਪੜ੍ਹ ਰਹੇ ਸੀ। ਕਿਉਂ? ਜਿਹਨੇ ਯਾਦ ਰੱਖਣਾ, ਜਿਹਨੇ ਚੇਤੇ ਰੱਖਣਾ ਹੈ, ਉਹ ਕੰਮ ਹੈ ਚਿੱਤ ਦਾ। ਚੇਤੇ ਦੇ ਵਿੱਚ ਹੈ ਹੀ ਨਹੀਂ, ਮਨ ਦੇ ਵਿੱਚ ਹੈ ਹੀ ਨਹੀਂ, ਤੇ ਚੇਤਾ ਕੌਣ ਰੱਖੇ? ਦਿਮਾਗ ਦੀ ਤਾਂ ਕਿਰਿਆ, ਅੱਖਾਂ ਵੇਖਣਗੀਆਂ, ਦਿਮਾਗ ਸੋਚ ਲਏਗਾ ਤੇ ਜ਼ੁਬਾਨ ਬੋਲ ਦੇਗੀ। ਚੇਤੇ ਰੱਖਣ ਵਾਲਾ ਸਾਡਾ ਮਨ ਹੈ, ਚੇਤਾ ਇਹਨੇ ਰੱਖਣਾ ਹੈ, ਇਹ ਵਿੱਚ ਨਹੀਂ ਹੈਗਾ। ਸੋ ਗੁਰੂ ਜੀ ਰਹਿਮਤ ਕਰਦੇ ਨੇ, ਅਦਲ ਕਰੇ ਵਿਚਾਰੇ, ਸਾਡੇ ਅੰਦਰ ਵਿਚਾਰ ਕਿਹੜੀ ਚੱਲਦੀ ਏ ਉਹਨੂੰ ਵੇਖ ਕੇ ਉਹ ਪ੍ਰਭੂ ਪਰਮਾਤਮਾ ਫੈਸਲਾ ਕਰਦਾ ਹੈ ਜੀ।
ਅਵਗਣ ਨਾਨਕ ਨਾਨਕ ਰਾਮ ਨਾਮ ਨਿਸਤਾਰਾ ਗੁਰਮਤਿ ਮਿਲਹਿ ਪਿਆਰੇ। ਧੰਨ ਗੁਰੂ ਨਾਨਕ ਦੇਵ ਜੀ ਰਹਿਮਤ ਕਰਦੇ ਨੇ, ਜਿਹੜਾ ਸਾਡਾ ਭਲਾ ਹੋਣਾ ਨਾ, ਨਿਸਤਾਰਾ ਦਾ ਅਰਥ ਹੁੰਦਾ ਭਲਾ ਹੋਣਾ। ਨਿਸਤਾਰਾ ਦਾ ਅਰਥ ਹੁੰਦਾ ਨਿਫਲ ਫੰਡ ਹੋ ਜਾਣਾ, ਕਿਸੇ ਪ੍ਰਕਾਰ ਦਾ ਕੋਈ ਜੁਰਮਾਨਾ, ਕੋਈ ਕਰਜ਼ਾ, ਕੋਈ ਹਰਜਾਨਾ ਸਾਡੇ ਸਿਰ ਤੇ ਨਾ ਰਵੇ, ਬਿਲਕੁਲ ਨਰੋਲ ਹੋ ਜਾਈਏ, ਉਹਨੂੰ ਨਿਸਤਾਰਾ ਕਹਿੰਦੇ ਨੇ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਰਾਮ ਨਾਮ ਨਿਸਤਾਰਾ, ਜਿਹੜਾ ਕਰਮਾਂ ਦਾ ਲੇਖਾ ਜੋਖਾ ਹੈ, ਜਿਹੜਾ ਕਰਮਾਂ ਦਾ ਕਰਜ਼ਾ ਹੈ ਸਾਡੇ ਤੇ, ਉਹਦਾ ਜਿਹੜਾ ਨਿਸਤਾਰਾ ਕਰਨ ਵਾਲਾ ਹੈ ਨਾ, ਉਹ ਪ੍ਰਭੂ ਪਰਮਾਤਮਾ ਦਾ ਨਾਮ ਹੈ। ਗੁਰਮਤਿ ਮਿਲੇ ਪਿਆਰੇ, ਤੇ ਮਿਲਦਾ ਕਿੱਥੋਂ ਇਹ ਨਾਮ? ਗੁਰਮਤਿ, ਗੁਰੂ ਦੀ ਮੱਤ ਦੇ ਨਾਲ ਮਿਲੇ ਪਿਆਰੇ। ਇਹ ਗੁਰਮੁਖ ਪਿਆਰਿਓ, ਉਸ ਪ੍ਰਭੂ ਪਰਮਾਤਮਾ ਦਾ ਨਾਮ ਹੈ ਜਿਹੜਾ ਇਹ ਗੁਰੂ ਦੀ ਮੱਤ ਵਾਲਿਆਂ ਨੂੰ ਮਿਲਦਾ ਹੈ। ਤੇ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਸਾਰਿਆਂ ਦਾ ਭਲਾ ਹੁੰਦਾ, ਕਰਮਾਂ ਤੋਂ ਖਲਾਸੀ ਛੁੱਟ ਹੁੰਦੀ ਹੈ ਜੀ। ਬਲ ਪਾਇੜਾ ਬਲਿਅੜੇ ਆਸਾ ਮਨਸਾ ਪੂਰੀ ਰਾਮ। ਧੰਨ ਗੁਰੂ ਜੀ ਤੀਸਰੀ ਪੌੜੀ ਦੇ ਅੰਦਰ ਕਿਰਪਾ ਕਰਦੇ ਨੇ। ਵਰ ਪਾਇੜਾ, ਵਰ ਦਾ ਅਰਥ ਹੈ ਵਰ ਲੈਣਾ, ਆਪਣਾ ਬਣਾ ਲੈਣਾ। ਬਾਲੜੀਏ ਇਹ ਜਗਿਆਸੂ ਹੈ, ਦ੍ਰਿਸ਼ਟਾਂਤ ਅਲੰਕਾਰ ਦੀ ਵਰਤੋਂ ਕੀਤੀ ਹੈ। ਵਰ ਪਾਇੜਾ, ਉਸ ਪ੍ਰਭੂ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ। ਬਾਲੜੀਏ ਜਗਿਆਸੂ ਨੇ ਆਸਾ ਮਨਸਾ ਪੂਰੀ ਰਾਮ, ਤੇ ਜਿਨ੍ਹਾਂ ਦੇ ਅੰਦਰ ਆਸਾ ਤੇ ਮਨਸਾ ਉਸ ਪ੍ਰਭੂ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਸੀ ਨਾ, ਪੂਰੀ ਰਾਮ, ਉਸ ਪ੍ਰਭੂ ਪਰਮਾਤਮਾ ਨੇ ਉਹਨਾਂ ਦੀ ਇਹ ਆਸਾ ਤੇ ਮਨਸਾ ਪ੍ਰਭੂ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਲੀ ਪ੍ਰਾਪਤ ਹੋ ਗਈ ਹੈ ਜੀ। ਫਿਰ ਰਾਵੇੜੀ ਸ਼ਬਦ ਰਲੀ ਰਵ ਰਹਿਆ ਨਹਿ ਦੂਰੀ ਰਾਮ। ਰਾਵੜੀ ਦਾ ਅਰਥ ਹੁੰਦਾ ਮਾਨਣ ਵਾਲੀ। ਫਿਰ ਰਾਵੜੀ, ਜਦੋਂ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋ ਜੇ ਤੇ ਉਸ ਨੂੰ ਮਾਨਣ ਵਾਲੇ ਜਿਹੜੇ ਨੇ ਉਹ ਹੀ ਜਾਣਦੇ ਨੇ ਉਹਨੂੰ ਕਿਵੇਂ ਮਾਣਿਆ ਜਾਂਦਾ ਹੈ। ਸ਼ਬਦ ਰਲੀ, ਰਵ ਰਿਹਾ ਨਹਿ ਦੂਰੀ ਰਾਮ। ਸ਼ਬਦ ਰਲੀ, ਸ਼ਬਦ ਦੇ ਨਾਲ ਉਸ ਪ੍ਰਭੂ ਪਰਮਾਤਮਾ ਦੇ ਨਾਲ ਰਲ ਕੇ ਰਹੀਦਾ ਹੈ। ਫਿਰ ਰਾਵੇੜੀ ਉਸ ਨੂੰ ਪ੍ਰਾਪਤ ਤਾਂ ਕਰ ਲਿਆ ਹੈ, ਤੇ ਪ੍ਰਾਪਤ ਕਰਕੇ ਉਸ ਨੂੰ ਮੰਨਣਾ ਵੀ ਕੀਤਾ ਹੈ। ਉਸ ਦੇ ਨਾਲ ਜਿਹੜਾ ਸੰਬੰਧ ਹੈ ਨਾ, ਸ਼ਬਦ ਰਲੀ, ਇਹ ਸ਼ਬਦ ਦੇ ਨਾਲ ਹੀ ਰਲ ਕੇ ਰਿਹਾ ਜਾਏਗਾ। ਜਿਵੇਂ ਘਰ ਪਰਿਵਾਰ ਦੇ ਵਿੱਚ ਅਸੀਂ ਸਾਰੇ ਧੀਆਂ ਪੁੱਤਰਾਂ ਵਾਲੇ ਹਾਂ, ਗੁਰੂ ਦੀ ਰਹਿਮਤ ਨਾਲ ਇੱਕ ਬੱਚੀ ਤੇ ਬੱਚਾ ਮੇਰਾ ਵੀ ਏ। ਜਦੋਂ ਬੱਚੀ ਦੇ ਬੱਚੇ ਦਾ ਵਿਆਹ ਹੋ ਜਾਂਦਾ ਹੈ, ਇਸ ਦੇ ਨਾਲ ਵਸੇਬਾ ਨਹੀਂ ਹੁੰਦਾ। ਬੱਚੀ ਤੇ ਬੱਚੇ ਦਾ ਵਿਆਹ ਹੋ ਗਿਆ, ਮਾਤਾ ਪਿਤਾ ਦਾ ਫਰਜ਼ ਸੀ, ਮਾਤਾ ਪਿਤਾ ਨੇ, ਰਿਸ਼ਤੇਦਾਰਾਂ ਨੇ, ਸਾਕ ਸੰਬੰਧੀਆਂ ਨੇ ਆਪਣਾ ਫਰਜ਼ ਅਦਾ ਕਰ ਦਿੱਤਾ ਹੈ। ਜਿਹੜਾ ਉਹਨੇ ਆਪਣੇ ਪਤੀ ਦੇ ਨਾਲ ਰਲ ਕੇ ਰਹਿਣਾ ਨਾ, ਇਹ ਸ਼ਬਦ ਦੇ ਨਾਲ ਰਹਿਣਾ ਹੈ। ਜੇ ਉਹਨੇ ਪਾਣੀ ਮੰਗਿਆ ਹੈ ਤੇ ਅੱਗੋਂ ਸ਼ਬਦ ਬੋਲਿਆ ਮੱਥਾ ਡੰਮ ਦੰਨੀਆਂ ਤੇਰਾ, ਤੇ ਫਿਰ ਭਾਈ ਸ਼ਬਦ ਵੇਖੋ ਇਹ ਰਲ ਕੇ ਰਹਿਣ ਵਾਲੇ ਥੋੜ੍ਹੀ ਨੇ, ਇਹ ਤਾਂ ਫਿਰ ਤਲਾਕ ਤੇ ਗੱਲ ਚਲੀ ਜਾਏਗੀ ਨਾ। ਬਸ ਇਸੇ ਤਰ੍ਹਾਂ ਉਸ ਪ੍ਰਭੂ ਪਰਮਾਤਮਾ ਦੇ ਨਾਲ ਸਾਡਾ ਜਿਹੜਾ ਮਿਲਾਪ ਹੈ ਉਹ ਸ਼ਬਦਾਂ ਦੇ ਨਾਲ ਹੈ। ਫਿਰ ਰਾਵੜੀ, ਜਿਨ੍ਹਾਂ ਨੇ ਉਸ ਪ੍ਰਭੂ ਪਰਮਾਤਮਾ ਨੂੰ ਪ੍ਰਾਪਤ ਕੀਤਾ, ਉਹਨੂੰ ਮਾਣਿਆ। ਸ਼ਬਦ ਰਲੀ, ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਸ਼ਬਦਾਂ ਦੇ ਉੱਤੇ ਕੰਟਰੋਲ ਕੀਤਾ ਹੈ ਕਿ ਸਾਡੇ ਸ਼ਬਦਾਂ ਦੇ ਨਾਲ ਕਿਸੇ ਦਾ ਮਨ ਨਾ ਦੁਖੀ ਹੋਵੇ, ਕਿਸੇ ਦੀ ਆਤਮਾ ਨਾ ਦੁਖੀ ਹੋਵੇ। ਰਵ ਰਿਹਾ ਨਹਿ ਦੂਰੀ ਰਾਮ, ਉਹ ਸਾਡੇ ਅੰਦਰ ਹੀ ਵਿਆਪਕ ਹੈ, ਕਿਤੇ ਦੂਰ ਨਹੀਂ ਹੈਗਾ। ਪ੍ਰਭੂ ਪਰਮਾਤਮਾ ਕਿਤੇ ਦੂਰ ਨਹੀਂ ਹੈਗਾ, ਨਾ ਹੀ ਕਿਤੋਂ ਆਉਂਦਾ ਹੈ, ਸਾਡੇ ਅੰਦਰ ਹੀ ਹੈ। ਤੇ ਸ਼ਬਦ ਦੇ ਨਾਲ ਜਦੋਂ ਅਸੀਂ ਰਲ ਜਾਂਦੇ ਹਾਂ, ਫਿਰ ਉਸ ਪ੍ਰਭੂ ਪਰਮਾਤਮਾ ਨੂੰ ਮਾਣਿਆ ਜਾਂਦਾ। ਹੁਣ ਦੂਜਾ ਅਰਥ ਸ਼ਬਦ ਰਲੀ ਦਾ ਅਰਥ ਹੈ, ਧੰਨ ਗੁਰੂ ਨਾਨਕ ਦੇਵ ਜੀ ਨੇ ਵਾਹਿਗੁਰੂ ਸ਼ਬਦ ਦਿੱਤਾ ਹੈ। ਅਸੀਂ ਆਪਣੇ ਮਨ ਨੂੰ ਇਹ ਸ਼ਬਦ ਦੇ ਨਾਲ ਰਲਾਉਣਾ ਹੈ ਤੇ ਉਸ ਪ੍ਰਭੂ ਪਰਮਾਤਮਾ ਨੂੰ ਮੰਨਣਾ ਹੈ ਜੋ ਸਦਾ ਹੀ ਸਾਡੇ ਅੰਦਰ ਵਿਆਪਕ ਹੈ ਜੀ। ਪ੍ਰਭ ਦੂਰ ਨਾ ਹੋਈ ਘਾਟ ਘਾਟ ਸੋਈ ਤਿਸ ਕੀ ਨਾਰ ਸਮਾਈ। ਉਹ ਪ੍ਰਭੂ ਪਰਮਾਤਮਾ ਕਦੇ ਵੀ ਕਿਸੇ ਤੋਂ ਦੂਰ ਨਹੀਂ ਹੁੰਦਾ, ਉਸ ਦੀ ਦੂਰੀ ਨਹੀਂ ਬਣਦੀ। ਭਾਵੇਂ ਕੋਈ ਪਾਪੀ ਹੈ ਤੇ ਭਾਵੇਂ ਪੁੰਨੀ ਹੈ, ਸਾਰੇ ਉਸ ਦੇ ਬਣਾਏ ਹੋਏ ਨੇ ਤੇ ਸਾਰਿਆਂ ਦੇ ਅੰਦਰੋਂ ਵਿਆਪਕ ਹੈ। ਘਟ ਘਟ ਸੋਈ, ਹਰ ਇੱਕ ਸਰੀਰ ਦੇ ਵਿੱਚ ਉਸ ਦਾ ਵਾਸਾ ਹੈ। ਤਿਸ ਕੀ ਨਾਰ ਸਬਾਈ, ਜਿਤਨੇ ਵੀ ਹੈਗੇ ਨੇ, ਭਾਵੇਂ ਮਾੜੇ ਨੇ ਭਾਵੇਂ ਚੰਗੇ ਨੇ, ਸਾਰੇ ਉਸ ਦੇ ਨੇ। ਸਬਾਈ ਦਾ ਅਰਥ ਹੁੰਦਾ ਸਾਰੇ, ਤੇ ਨਾਰ ਦਾ ਅਰਥ ਇੱਥੇ ਜਗਿਆਸੂ। ਤਿਸ ਕੀ ਨਾਰ, ਜਿਤਨੀ ਵੀ ਤੈਨਾਤ ਉਸ ਵਾਹਿਗੁਰੂ ਨੇ ਬਣਾਈ ਏ, ਪਰਮਾਤਮਾ ਨੇ ਸਾਜੀ ਗਈ ਏ ਨਾ, ਉਹ ਸਾਰੇ ਉਸ ਦੇ ਨੇ। ਧੰਨ ਗੁਰਬਾਣੀ ਦੇ ਅੰਦਰ ਇੱਕ ਪਾਵਨ ਸ਼ਬਦ ਹੁੰਦਾ ਹੈ, ਹਰਨਾਕਸ ਮਾਰ ਪਚਾਇਆ।
ਇਹਦਾ ਅਰਥ ਇਹ ਬਣਦਾ ਹੈ ਵੀ ਉਸ ਪਰਮਾਤਮਾ ਨੇ ਹਰਨਾਕਸ਼ ਨੂੰ ਮਾਰ ਜ਼ਰੂਰ ਦਿੱਤਾ ਹੈ, ਪਰ ਮਾਰ ਕੇ ਉਹਨੂੰ ਆਮ ਮਨੁੱਖ ਦੀ ਤਰ੍ਹਾਂ ਰੁਲਣ ਵਾਸਤੇ ਨਹੀਂ ਛੱਡਿਆ ਵੀ ਤੂੰ ਹੁਣ ਰੁਲਦਾ ਫਿਰ। ਪਚਾਇਆ, ਆਪਣੇ ਵਿੱਚ ਹਜਮ ਵੀ ਕਰ ਲਿਆ, ਅਤੇ ਜਿਹੜੀ ਚੀਜ਼ ਨੂੰ ਅਸੀਂ ਹਜਮ ਕਰਦੇ ਹਾਂ ਉਹ ਸਾਡੇ ਸਰੀਰ ਦਾ ਹਿੱਸਾ ਬਣ ਜਾਂਦੀ ਹੈ। ਅਸੀਂ ਕੋਈ ਫਲ ਛਕਦੇ ਹਾਂ, ਉਹ ਜਦੋਂ ਸਾਡੇ ਸਰੀਰ ਦੇ ਵਿੱਚ ਹਜਮ ਹੋ ਜਾਂਦਾ ਹੈ, ਪਚ ਜਾਂਦਾ ਹੈ, ਅਤੇ ਫਿਰ ਉਹ ਸਾਡੇ ਸਰੀਰ ਦਾ ਜਿਹੜਾ ਉਹਦੇ ਅੰਦਰ ਤੱਤ ਵਿਟਾਮਿਨ ਉਹ ਹਿੱਸਾ ਬਣ ਜਾਂਦਾ ਹੈ। ਸੋ ਉੱਥੇ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ, ਹਰਨਾਕਸ਼ ਮਾਰ ਪਚਾਇਆ। ਬਈ ਹੈਗਾ ਸੀ ਹਰਨਾਕਸ਼, ਉਹ ਉਸ ਪ੍ਰਭੂ ਪਰਮਾਤਮਾ ਦੇ ਭਗਤਾਂ ਨੂੰ ਤੰਗ ਕਰਦਾ ਸੀ। ਉਸ ਨੂੰ ਪ੍ਰਭੂ ਪਰਮਾਤਮਾ ਨੇ ਮਾਰ ਜ਼ਰੂਰ ਦਿੱਤਾ, ਪਰ ਮਾਰ ਕੇ ਨਾ, ਇਹ ਉਹਦਾ ਗੁਣ ਹੈ, ਉਹਦੀ ਵਡਿਆਈ ਹੈ, ਉਹਦਾ ਜਸ ਹੈ ਕਿ ਉਹ ਕਿਸੇ ਨੂੰ ਇਸ ਤਰ੍ਹਾਂ ਮਾਰ ਕੇ ਨਾ ਸੱਟ ਨਹੀਂ ਦਿੰਦਾ ਵੀ ਲੈ ਤੂੰ ਧੱਕੇ ਖਾ, ਨਹੀਂ। ਉਹਦੀ ਸਪਰਸ਼ਤਾਈ ਜਿਹੜੀ ਹੈ ਨਾ, ਉਹਦੇ ਵਿੱਚ ਇਹ ਵਡਿਆਈ ਹੈ। ਜਿਹੜਾ ਉਹਦੇ ਹੱਥੋਂ ਮਰ ਗਿਆ ਨਾ, ਉਹ ਉਹਦੇ ਵਿੱਚ ਸਮਾ ਜਾਏਗਾ। ਇਹ ਉਹਦੀ ਵਡਿਆਈ ਹੈ, ਉਹਦਾ ਗੁਣ ਹੈ। ਸੋ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸੱਚੇ ਸਤਿਗੁਰ ਜੀ। ਪ੍ਰਭ ਦੂਰ ਨਾ ਹੋਈ ਘਟ ਘਟ ਸੋਈ, ਤਿਸ ਕੀ ਨਾਰ ਸਪਾਈ। ਭਾਵੇਂ ਕੋਈ ਰਾਖਸ਼ ਹੈ, ਭਾਵੇਂ ਦੇਵ ਹੈ, ਭਾਵੇਂ ਮਨੁੱਖ ਹੈ, ਜੋ ਵੀ ਹੈ, ਸਾਰਿਆਂ ਦਾ ਮਾਲਕ ਉਹ ਅਕਾਲ ਪੁਰਖ ਵਾਹਿਗੁਰੂ ਹੈ। ਅਤੇ ਸਾਰਿਆਂ ਨੂੰ ਜਿਹਨੂੰ ਸਪਰਸ਼ਤਾਈ ਪ੍ਰਾਪਤ ਹੋ ਜਾਂਦੀ ਹੈ, ਭਾਵੇਂ ਕਿਸੇ ਰੂਪ ਦੇ ਨਾਲ ਵੀ ਹੋਵੇ, ਉਸ ਦੇ ਵਿੱਚ ਅਭੇਦ ਹੋ ਜਾਂਦਾ ਹੈ ਜੀ। ਆਪੇ ਰਸੀਆ ਆਪੇ ਰਾਵੇ, ਜਿਉ ਤਿਸ ਦੀ ਵਡਿਆਈ। ਰਸੀਆ ਦਾ ਅਰਥ ਹੁੰਦਾ ਰਸ ਪੈਦਾ ਕਰਨ ਵਾਲਾ, ਰਸ ਦੇਣ ਵਾਲਾ। ਆਪੇ ਰਸੀਆ, ਉਹ ਪਰਮਾਤਮਾ ਆਪ ਹੀ ਸਾਨੂੰ ਰਸ ਦੇਣ ਵਾਲਾ ਹੈ। ਸਾਡੇ ਸਰੀਰ ਦੇ ਅੰਦਰ ਜਿਤਨੇ ਵੀ ਰਸ ਨੇ ਉਸ ਵਾਹਿਗੁਰੂ ਪਰਮਾਤਮਾ ਤੋਂ ਪ੍ਰਾਪਤ ਹੋਏ ਨੇ। ਸਰੀਰ ਦੇ 9 ਰਸ ਮੰਨੇ ਗਏ ਨੇ ਵਿਦਵਾਨਾਂ ਨੇ, ਕਾਵਿ ਦੇ ਵੀ 9 ਰਸ ਨੇ। ਧੰਨ ਗੁਰਬਾਣੀ 9 ਰਸਾਂ ਦੇ ਅੰਦਰ ਲਿਖੀ ਗਈ ਹੈ। ਸ਼ਿੰਗਾਰ ਰਸ, ਵਿਰਾਗ ਰਸ, ਪ੍ਰੇਮ ਰਸ, ਹਾਸ ਰਸ, ਵੀਰ ਰਸ। ਇਸ ਤਰ੍ਹਾਂ ਧੰਨ ਗੁਰਬਾਣੀ ਨੇ ਜਿਹੜੀ 9 ਰਸਾਂ ਦੇ ਵਿੱਚ ਰਚਨਾ ਕੀਤੀ ਗਈ ਹੈ। ਕਈ ਸ਼ਬਦ ਨੇ ਉਹ ਇਹਨਾਂ ਰਸਾਂ ਤੋਂ ਬਾਹਰ ਵੀ ਨੇ, ਕੁਝ ਸੰਬਾਈਆਂ ਨੇ, ਕੁਝ ਉਪਦੇਸ਼ਕ ਨੇ। ਸੋ ਆਪੇ ਰਸੀਆ ਆਪੇ ਰਾਵੇ, ਆਪ ਹੀ ਉਹ ਰਸ ਦੇਣ ਵਾਲਾ ਹੈ, ਅਤੇ ਆਪ ਹੀ ਫਿਰ ਸਾਡੇ ਅੰਦਰ ਵਸ ਕੇ ਨਾ ਉਸ ਰਸ ਨੂੰ ਮਾਨਣਾ ਕਰਦਾ ਹੈ। ਜੋ ਤਿਸ ਦੀ ਵਡਿਆਈ, ਜਿਵੇਂ ਉਸ ਦੀ ਵਡਿਆਈ ਹੁੰਦੀ, ਭਾਵ ਜਿਹੜੇ ਸਰੀਰ ਤੋਂ ਜਿਹੜਾ ਰਸ ਉਹਨੇ ਮੰਨਣਾ ਹੈ ਨਾ, ਉਸ ਸਰੀਰ ਦੇ ਵਿੱਚ ਫਿਰ ਉਸ ਰਸ ਨੂੰ ਆਪ ਹੀ ਪੈਦਾ ਕਰਦਾ ਹੈ ਜੀ। ਅਮਰ ਅਡੋਲ ਅਮੋਲ ਅਪਾਰਾ, ਗੁਰ ਪੂਰੈ ਸੱਚ ਪਾਈਐ। ਅਮਰ ਨਾ ਮਰਨ ਵਾਲਾ, ਮਰ ਤੋਂ ਰਹਿਤ, ਅਮਰ ਨਾ ਮਰਨ ਵਾਲਾ, ਅਡੋਲ ਨਾ ਡੋਲਣ ਵਾਲਾ, ਅਮੋਲ ਜਿਹਨੂੰ ਮੁੱਲ ਨਾ ਖਰੀਦਿਆ ਜਾ ਸਕੇ, ਅਪਾਰਾ ਪਾਰਾਵਾਰ ਤੋਂ ਰਹਿਤ, ਜਿੰਦਾ ਅੰਤ ਕੋਈ ਨਹੀਂ। ਗੁਰ ਪੂਰੇ ਸੱਚ ਪਾਈਏ, ਪੂਰੇ ਗੁਰੂ ਤੋਂ ਹੀ ਉਹ ਸੱਚੇ ਸਤਿਗੁਰ ਦੀ ਪ੍ਰਾਪਤੀ ਹੁੰਦੀ ਹੈ ਜੀ। ਨਾਨਕ ਆਪੇ ਜੋਗ ਸੰਜੋਗੀ, ਨਦਰ ਕਰੇ ਨਿਮਲਾਈਐ। ਜੋਗ ਦਾ ਅਰਥ ਹੁੰਦਾ ਜੋੜਨਾ, ਤੇ ਸੰਜੋਗੀ ਦਾ ਅਰਥ ਹੁੰਦਾ ਸੰਜੋਗ ਬਣ ਜਾਣਾ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਆਪੇ ਜੋਗ ਸੰਜੋਗੀ, ਆਪ ਹੀ ਸੰਜੋਗ ਕਰਕੇ ਆਪਣੇ ਚਰਨਾਂ ਦੇ ਨਾਲ ਜੋੜਨ ਵਾਲਾ ਹੈ। ਨਦਰ ਕਰੇ ਲਿਵ ਲਾਈਏ, ਜਦੋਂ ਸਾਡੇ 'ਤੇ ਉਹ ਦਇਆ ਦ੍ਰਿਸ਼ਟੀ ਕਰਦਾ ਹੈ, ਮਿਹਰ ਕਰਦਾ ਹੈ, ਰਹਿਮਤ ਕਰਦਾ ਹੈ, ਉਦੋਂ ਫਿਰ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਹੈ ਜੀ। ਫਿਰ ਉਚੜੀਐ ਮਾਰੜੀਐ, ਤਿਹੁ ਲੋਵਾ ਸਿਰ ਤਾਜਾ ਰਾਮ। ਉਹ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਹੈ, ਉਹ ਉੱਚਿਆਂ ਤੋਂ ਉੱਚਾ ਹੈ। ਉਚੜੀਏ ਦਾ ਅਰਥ ਹੈ ਉੱਚਿਆਂ ਤੋਂ ਉੱਚਾ। ਫਿਰ ਉਚੜੀਐ ਉੱਚਿਆਂ ਤੋਂ ਉੱਚਾ। ਮਾਰੜੀਏ ਦਾ ਅਰਥ ਹੁੰਦਾ ਅਟਾਰੀਆਂ ਦਾ ਮਾਲਕ। ਆਪਾਂ ਆਮ ਬੋਲੀ 'ਚ ਕਹਿ ਜਾਂਦੇ ਨਾ ਮਹਿਲ ਮਨਾਰੇ। ਉਹ ਪ੍ਰਭੂ ਪਰਮਾਤਮਾ ਉੱਚਿਆਂ ਤੋਂ ਉੱਚਾ ਹੈ। ਮਾਰੜੀਏ ਉਹਦੀਆਂ ਅਟਾਰੀਆਂ ਭਾਵ ਆਸਣੇ ਜੋ ਬੈਕੰਠ ਉਹ ਸਾਰਿਆਂ 'ਚ ਉੱਤਾ ਹੈ। ਤੇ ਉਹ ਲੋਆ ਸਿਰ ਤਾਜਾ, ਤਿੰਨਾਂ ਲੋਕਾਂ ਦਾ ਉਸ ਦੇ ਸਿਰ 'ਤੇ ਤਾਜ ਹੈ। ਭਾਵ ਤਾਜ ਉਹਦੇ ਹੁੰਦਾ ਜਿਹੜਾ ਬਾਦਸ਼ਾਹ ਹੋਵੇ, ਉਹ ਤਿੰਨਾਂ ਲੋਕਾਂ ਦਾ ਬਾਦਸ਼ਾਹ ਹੈ। ਤੇ ਉਸ ਦੇ ਜੋ ਰਹਿਣ ਦੇ ਅਸਥਾਨ ਨੇ ਸੱਚਖੰਡ ਬੈਕੁੰਠ, ਉਹ ਉੱਚਿਆਂ ਤੋਂ ਉੱਚਾ ਹੈ ਜੀ। ਹਉ ਬਿਸਮ ਭਈ ਦੇਖ ਗੁਣਾ, ਅਨਹਦ ਸ਼ਬਦ ਅਗਾਜਾ ਰਾਮ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਉਹਦੇ ਇਸ ਤਰ੍ਹਾਂ ਵੱਡੇ ਤੋਂ ਵੱਡੇ ਗੁਣਾਂ ਨੂੰ ਵੇਖ ਕੇ ਅਸੀਂ ਬਿਸਮ ਹੋ ਗਏ ਹਾਂ। ਬਿਸਮ ਦਾ ਅਰਥ ਹੁੰਦਾ ਹੈਰਾਨ ਜਨਕ ਹੋ ਜਾਣਾ। ਉਸ ਪ੍ਰਭੂ ਪਰਮਾਤਮਾ ਦੇ ਇਤਨੇ ਵਿਸ਼ਾਲ ਗੁਣ ਨੇ ਜਿਹੜੇ, ਉਹਨਾਂ ਨੂੰ ਵੇਖ ਕੇ, ਵਡਿਆਈਆਂ ਨੂੰ ਵੇਖ ਕੇ ਅਸੀਂ ਹੈਰਾਨ ਹੋ ਗਏ ਹਾਂ, ਬਿਸਮ ਹੋ ਗਏ ਹਾਂ, ਆਨੰਦ ਦੇ ਵਿੱਚ ਹੋ ਗਏ ਹਾਂ। ਅਣਹਦ ਸ਼ਬਦ ਅਗਾਜਾ ਰਾਮ, ਉਹ ਪ੍ਰਭੂ ਪਰਮਾਤਮਾ ਦਾ ਜਿਹੜਾ ਅਣਹਦ ਸ਼ਬਦ ਹੈ ਨਾ,
ਅਗਾਜਾ ਉਹ ਅੱਗੇ ਤੋਂ ਅੱਗੇ ਗੱਜਣ ਵਾਲਾ ਹੈ ਜੀ। ਸ਼ਬਦ ਵਿਚਾਰੀ ਕਰਨੀ ਸਾਰੀ RAM ਨਾਮ ਨਿਸ਼ਾਨੋ। ਧੰਨ ਗੁਰੂ ਜੀ ਆਖਰੀ 4 ਤੁਕਾਂ ਦੇ ਵਿੱਚ ਰਹਿਮਤ ਕਰਦੇ ਨੇ, ਗੁਰਸਿੱਖਾਂ ਨੂੰ, ਸੰਗਤ ਨੂੰ ਸਿੱਖਿਆ ਦਿੰਦੇ ਨੇ। ਸ਼ਬਦ ਵਿਚਾਰੀ, ਸਾਨੂੰ ਸ਼ਬਦ ਦੀ ਵਿਚਾਰ ਕਰਨੀ ਚਾਹੀਦੀ ਹੈ। ਕਰਨੀ ਸਾਰੀ, ਇਹ ਕੰਮ ਹੈ ਜਿਹੜਾ ਇਹ ਸਾਰਿਆਂ ਤੋਂ ਚੰਗਾ ਹੈ। ਜਦੋਂ ਅਸੀਂ ਗੁਰੂ ਮਹਾਰਾਜ ਜੀ ਦੇ ਸ਼ਬਦ ਦੀ ਵਿਚਾਰ ਕਰਦੇ ਹਾਂ, ਇਹ ਕਰਨੀ ਸਾਰੀ, ਇਹ ਜਿਹੜਾ ਕਰਨਾ ਹੈ ਕੰਮ, ਇਹ ਸਭ ਤੋਂ ਸ੍ਰੇਸ਼ਟ ਹੈ। RAM ਨਾਮ ਨਿਸ਼ਾਨੋ, ਤੇ ਸਾਡੇ ਕੋਲ ਪਰਵਾਣਾ ਹੋਣਾ ਚਾਹੀਦਾ ਉਸ ਪ੍ਰਭੂ ਪਰਮਾਤਮਾ ਦੇ ਨਾਮ ਦਾ। ਨਿਸ਼ਾਨੋ ਦਾ ਅਰਥ ਹੁੰਦਾ ਪਰਵਾਣਾ, ਨਿਸ਼ਾਨੋ ਦਾ ਅਰਥ ਹੁੰਦਾ ਲਿਖਤ, ਨਿਸ਼ਾਨੋ ਦਾ ਅਰਥ ਹੁੰਦਾ ਸਬੂਤ। ਜਿਵੇਂ ਆ ਵੇਖੋ ਨਿਸ਼ਾਨ ਸਾਹਿਬ ਲੱਗੇ ਨਾ, ਇਸ ਗੱਲ ਦਾ ਸਬੂਤ ਹੈ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਥੇ ਪ੍ਰਕਾਸ਼ ਹੈ। ਗੁਰੂ ਘਰ ਦੀਆਂ 5 ਨਿਸ਼ਾਨੀਆਂ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼, ਨਗਾਰੇ ਦਾ ਵੱਜਣਾ, ਸੰਗਤ ਦਾ ਇਕੱਤਰ ਹੋਣਾ, ਨਿਸ਼ਾਨ ਸਾਹਿਬ ਦਾ ਝੂਲਣਾ ਤੇ ਲੰਗਰ ਦਾ ਚੱਲਣਾ। ਇਹ ਗੁਰੂ ਘਰ ਦੀਆਂ 5 ਨਿਸ਼ਾਨੀਆਂ ਨੇ। ਇੱਥੋਂ ਕੋਈ ਭੁੱਖਾ ਨਾ ਜਾਵੇ, ਭੁੱਖਾ ਨਾ ਰਵੇ। ਇੱਥੇ ਸੱਤ ਦੀ ਪ੍ਰਾਪਤੀ ਹੋਵੇ, ਸਤ ਸੰਗਤ ਹੋਵੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ, ਨਿਸ਼ਾਨ ਸਾਹਿਬ ਜਿਹੜਾ ਹੈ ਇਹ ਝੂਲਦਾ ਹੋਵੇ। ਇਹ 5 ਨਿਸ਼ਾਨੀਆਂ ਜਿੱਥੇ ਮੌਜੂਦ ਹੋਣ, ਉਹਨੂੰ ਅਸੀਂ ਗੁਰੂ ਦਾ ਦਰ ਆਖ ਸਕਦੇ ਹਾਂ। ਕਈ ਵਾਰੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਘਰਾਂ ਵਿੱਚ ਪ੍ਰਕਾਸ਼ ਨੇ, ਅਸੀਂ ਉਹਨੂੰ ਗੁਰਦੁਆਰਾ ਨਹੀਂ ਆਖਦੇ, ਕਿਉਂਕਿ ਉੱਥੇ 5 ਨਿਸ਼ਾਨੀਆਂ ਨਹੀਂ ਹੈਗੀਆਂ। ਨਿਸ਼ਾਨ ਸਾਹਿਬ ਨਹੀਂ, ਨਗਾਰਾ ਨਹੀਂ ਹੈ। ਰਹੋ ਵਿਚਾਰ, ਸ਼ਬਦ ਵਿਚਾਰੀ ਕਰਨੀ ਸਾਰੀ। ਧੰਨ ਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਨੀ ਹੈ, ਸ੍ਰੇਸ਼ਟ ਕਰਨੀ ਹੈ। ਤੇ ਜਿਹੜਾ ਸਾਨੂੰ ਸਬੂਤ ਮਿਲਣਾ ਹੈ ਨਾ, ਜਿਹੜਾ ਸਾਨੂੰ ਚਿੱਠੀ ਮਿਲਣੀ ਹੈ, ਉਹ ਪਰਮਾਤਮਾ ਦੇ ਨਾਮ ਦਾ ਮਿਲਣਾ ਹੈ। ਇਸ ਤੁਕ ਨੂੰ ਨਾ 2-3 ਵਾਰੀ ਵਿਚਾਰਾਂਗੇ, ਫਿਰ ਗੱਲ ਦੀ ਸਮਝ ਲੱਗਣੀ ਹੈ। ਗੁਰੂ ਮਹਾਰਾਜ ਜੀ ਨੇ ਇੱਥੇ ਸਾਨੂੰ ਦੱਸਿਆ ਵੀ ਸ਼ਬਦ ਦੀ ਵਿਚਾਰ ਕਰਨੀ ਜਿਹੜੀ ਇਹ ਗੱਲ ਚੰਗੀ ਹੈ, ਭਾਵ ਕਥਾ ਵਿਚਾਰਾਂ ਕਰਨੀਆਂ ਨੇ, ਇਹ ਗੱਲ ਬੜੀ ਚੰਗੀ ਹੈ। ਇਸ ਦੇ ਨਾਲ ਸਾਨੂੰ ਗਿਆਨ ਮਿਲਦਾ ਹੈ। ਤੇ ਜੇ ਅਸੀਂ ਆਖੀਏ ਵੀ ਕਲੀਆਂ ਕਥਾ ਵਿਚਾਰਾਂ ਦੇ ਨਾਲ ਸਾਡੀ ਮੁਕਤੀ ਹੋ ਜਾਏਗੀ, ਸਾਨੂੰ ਨਿਤਨੇਮ ਕਰਨ ਦੀ ਲੋੜ ਨਹੀਂ ਹੈਗੀ, ਸਾਨੂੰ ਸਿਮਰਨ ਕਰਨ ਦੀ ਲੋੜ ਨਹੀਂ ਹੈਗੀ, ਤੇ ਫਿਰ ਅਸੀਂ RAM ਨਾਮ ਨਿਸ਼ਾਨੋ ਉਸ ਪ੍ਰਭੂ ਪਰਮਾਤਮਾ ਦੇ ਦਰ ਤੱਕ ਪਹੁੰਚਣ ਵਾਲੀ ਜਿਹੜੀ ਚਿੱਠੀ ਹੈ ਉਹਨੂੰ ਨਹੀਂ ਲਿਆ। ਸ਼ਬਦ ਵਿਚਾਰੀ, ਸ਼ਬਦ ਦੀ ਵਿਚਾਰ ਕਰਨੀ ਹੈ, ਕਰਨੀ ਸਾਰੀ। ਇਹ ਕੰਮ ਹੈ ਜਿਹੜਾ, ਕਰਨੀ ਦਾ ਅਰਥ ਹੁੰਦਾ ਕਰਨਾ। ਇਹ ਕੰਮ ਹੈ ਜਿਹੜਾ ਕਰ ਰਹੇ ਹਾਂ ਅਸੀਂ, ਇਹ ਚੰਗਾ ਕਰ ਰਹੇ ਹਾਂ। ਇਸ ਦੇ ਨਾਲ ਸਾਡੇ ਸਵਾਸ ਸਫਲਾ ਹੁੰਦੇ ਨੇ। ਚੰਗਾ ਕਰਮ ਹੈ, ਮਨ ਦੀ ਸ਼ੁੱਧਤਾ ਹੀ ਹੁੰਦੀ ਹੈ, ਮਨ ਨੂੰ ਗਿਆਨ ਮਿਲਦਾ ਹੈ। RAM ਨਾਮ ਨਿਸ਼ਾਨੋ, ਪਰ ਜਿਹੜਾ ਅੱਗੇ ਜਾਣ ਵਾਲਾ ਸਾਡੇ ਕੋਲ ਨਿਸ਼ਾਨ ਹੈ ਨਾ, ਸਬੂਤ ਹੈ, ਉਹ ਪ੍ਰਭੂ ਪਰਮਾਤਮਾ ਦੇ ਨਾਮ ਦਾ। ਤਾਂ ਕਰਕੇ ਟਕਸਾਲ ਦੇ ਵਿੱਚ ਪ੍ਰਾਤਨ ਮਹਾਂਪੁਰਸ਼ਾਂ ਨੇ ਇਹ ਮਰਿਆਦਾ ਬਣਾਈ ਸੀ ਵੀ ਜਿਹੜਾ ਗਿਆਨੀ ਸਿੰਘ ਹੋਵੇਗਾ ਨਾ, ਉਹਨੇ 32 ਮਾਲਾ ਉਸ ਪ੍ਰਭੂ ਪਰਮਾਤਮਾ ਦੇ ਨਾਮ ਦੀਆਂ ਹਰ ਰੋਜ਼ ਜਪਣੀਆਂ ਨੇ। ਤੇ 5 ਬਾਣੀਆਂ ਦੇ ਨਾਲ ਭਾਈ ਬਲਵੰਡ ਤੇ ਸੱਤੇ ਦੀ ਜਿਹੜੀ ਵਾਰ ਹੈ ਰਾਮਕਲੀ ਦੀ, ਉਹਦਾ ਨਿਤਨੇਮ ਕਰਨਾ ਹੈ। ਜੈਸਰੀ ਦੀ ਵਾਰ ਦਾ ਨਿਤਨੇਮ ਕਰਨਾ ਹੈ। ਸੁਖਮਨੀ ਸਾਹਿਬ ਦਾ ਨਿਤਨੇਮ ਕਰਨਾ ਹੈ। ਇਤਨਾ ਸਿਮਰਨ ਕਰਦਾ ਹੈ ਤੇ ਉਹਨੂੰ ਅਸੀਂ ਕਹਿ ਸਕਦੇ ਹਾਂ ਨਿਸ ਪ੍ਰਭੂ ਪਰਮਾਤਮਾ ਦਾ ਨਿਸ਼ਾਨ ਚਿੱਠੀ ਜਿਹੜੀ ਉਹ ਪ੍ਰਾਪਤ ਕੀਤੀ ਹੈ ਜੀ। ਨਾਮ ਬਿਨਾ ਖੋਟੇ ਨਹੀਂ ਠਾਹਰ, ਨਾਮ ਰਤਨ ਪਰਵਾਣੋ। ਜਦੋਂ ਅਸੀਂ ਇੱਕ ਤੁਕ ਦਾ ਅਰਥ ਸਹੀ ਕਰਦੇ ਹਾਂ ਨਾ, ਤੇ ਫਿਰ ਅਗਲੀ ਤੁਕ ਦੇ ਵਿੱਚ ਉਹਦਾ ਸਬੂਤ ਮਿਲ ਜਾਂਦਾ ਹੈ। ਤੇ ਧੰਨ ਗੁਰਬਾਣੀ ਦੀ ਸਭ ਤੋਂ ਵੱਡੀ ਵਡਿਆਈ ਇਹੀ ਹੈ ਕਿ ਇਹ ਗੱਲ ਨੂੰ ਅਧੂਰਿਆਂ ਨਹੀਂ ਛੱਡਦੇ। ਨਾਮ ਬਿਨਾ ਕੋਟੇ ਨਹੀਂ ਠਾਰ। ਹੁਣ ਧੰਨ ਗੁਰੂ ਜੀ ਨੇ ਦੱਸ ਦਿੱਤਾ, ਨਾਮ ਤੋਂ ਬਿਨਾ ਤੁਹਾਡੇ ਅੰਦਰ ਖੁਟਾਈ ਹੈ, ਤੁਸੀਂ ਨਾਮ ਤੋਂ ਦੂਰ ਹੋ, ਨਾਮ ਨਹੀਂ ਜਪਦੇ, ਅਭਿਆਸ ਨਹੀਂ ਕਰਦੇ। ਸੋ ਦਾਸ ਸਮੇਂ-ਸਮੇਂ 'ਤੇ ਸੰਗਤਾਂ ਨੂੰ ਬੇਨਤੀ ਕਰਦਾ ਰਹਿੰਦਾ ਹੈ, ਸਾਨੂੰ 6 ਮਹੀਨਿਆਂ ਤੋਂ ਜ਼ਰੂਰ, ਇੱਕ ਤਾਂ ਵੇਖੋ ਹੁਣ ਬਸੰਤ ਰੁੱਤ ਚੱਲ ਰਹੀ ਹੈ, ਇਹ ਸਮਾਂ ਬੜਾ ਯੋਗ ਹੈ, ਮੱਖੀ ਮੱਛਰ ਤੋਂ ਅਸੀਂ ਬਚੇ ਹੋਏ ਹਾਂ। ਤੇ ਇੱਕ ਜਦੋਂ ਸਿਆਲ ਦੇ ਦਿਨ ਆਉਂਦੇ ਨੇ, ਉਦੋਂ ਵੀ ਮੱਖੀ ਮੱਛਰ ਘੱਟ ਹੁੰਦਾ, ਠੰਡ ਵੀ ਘੱਟ ਹੁੰਦੀ ਹੈ। ਇਹ 2 ਸਮੇਂ ਨੇ ਜਿਹੜੇ, ਇਹਨਾਂ ਵਿੱਚ ਸਾਨੂੰ 40 ਦਿਨ 32 ਮਾਲਾ ਰੋਜ਼ ਦੀਆਂ ਜਾਪ ਜ਼ਰੂਰ ਕਰਨਾ ਚਾਹੀਦਾ ਹੈ। ਇਸ ਦੇ ਨਾਲ 1.25 ਲੱਖ ਜਾਪ ਹੋ ਜਾਂਦਾ ਹੈ। 32 ਮਾਲਾ ਰੋਜ਼ ਦੀਆਂ 40 ਦਿਨ 1.25 ਲੱਖ ਜਾਪ ਹੋ ਜਾਂਦਾ ਮੂਲ ਮੰਤਰ ਦਾ। ਨਾਮ ਬਿਨਾ ਖੋਟੇ ਨਹੀਂ ਠਾਰ। ਨਾਮ ਤੋਂ ਬਿਨਾ ਸਾਰੀਆਂ ਖੁਟਿਆਈਆਂ ਨੇ, ਕਿਤੇ ਵੀ ਆਸਰਾ ਨਹੀਂ। ਠਾਹਰਦਾਰ ਹੁੰਦਾ ਆਸਰਾ। ਨਾਮ ਤੋਂ ਬਿਨਾ ਖੋਟਿਆਈਆਂ ਨੇ ਸਾਡੇ ਅੰਦਰ, ਕਿਤੇ ਵੀ ਆਸਰਾ ਨਹੀਂ। ਨਾਮ ਰਤਨ ਪਰਵਾਣੋ। ਪਰਵਾਣੋ ਦਾ ਅਰਥ ਹੁੰਦਾ ਪ੍ਰਵਾਨ ਹੋ ਜਾਣਾ, ਮਨਜ਼ੂਰ ਹੋ ਜਾਣਾ। ਆਪਾਂ ਅਰਦਾਸ ਕਰਦੇ ਹਾਂ ਨਾ, ਹੇ ਸੱਚੇ ਸਤਿਗੁਰੂ, ਅੰਮ੍ਰਿਤ ਵੇਲੇ ਦੇ ਨਿਤਨੇਮ ਨੂੰ ਸੰਗਤਾਂ ਆਪ ਜੀ ਦੇ
ਦਰ ਤੇ ਹਾਜ਼ਰ ਹੋਈਆਂ ਨੇ। ਕਰੋ ਕਿਰਪਾ ਇਹਨਾਂ ਦੇ ਤਿਲ ਪੁਲ ਦਰ ਪ੍ਰਵਾਨ ਕਰੋ ਜੀ, ਆਪ ਜੀ ਦੇ ਦਰ ਤੇ ਮਨਜ਼ੂਰ ਕਰੋ। ਦਰ ਪ੍ਰਵਾਨ ਆਪ ਜੀ ਦੇ ਦਰ ਤੇ ਮਨਜ਼ੂਰ ਕਰੋ। ਨਾਮ ਰਤਨ ਪ੍ਰਵਾਨੋ, ਜਿਹੜੀ ਪ੍ਰਵਾਨਗੀ ਹੈ ਨਾ ਉਹ ਨਾਮ ਨੂੰ ਮਿਲਣੀ ਹੈ। ਇਸ ਕਰਕੇ ਗੁਰੂ ਜੀ ਨੇ ਸਾਨੂੰ ਦੱਸ ਦਿੱਤਾ, ਨਾਮ ਬਿਨਾ ਖੋਟੇ, ਨਾਮ ਤੋਂ ਬਿਨਾ ਸਾਡੇ ਅੰਦਰ ਖੁਟਿਆਈ ਹੈ, ਅਸੀਂ ਅਸਲੀ ਨਹੀਂ ਬਣੇ। ਤੇ ਜਿਹੜਾ ਖੋਟਾ ਹੈ ਨਕਲੀ ਹੈ। ਖੋਟੇ ਦਾ ਅਰਥ ਹੁੰਦਾ ਨਕਲੀ। ਜਿਹੜਾ ਬਿਨਾਂ ਸਿਮਰਨ ਤੋਂ ਬਿਨਾਂ ਅਭਿਆਸ ਤੋਂ ਕਥਾ ਕਰਦਾ ਉਹ ਨਕਲੀ ਗਿਆਨੀ ਹੈ, ਅਸਲੀ ਨਹੀਂ ਹੈਗਾ। ਜੇ ਅਸਲੀ ਬਣਨਾ ਤੇ ਫਿਰ ਨਾਮ ਦੇ ਨਾਲ ਜੁੜਨਾ ਪੈਣਾ, ਨਾਮ ਦਾ ਅਭਿਆਸ ਕਰਨਾ ਪੈਣਾ। ਇਸ ਕਰਕੇ ਤੁਸੀਂ ਵੇਖਿਆ ਹੋਣਾ ਹੈ ਜਿਹੜੇ ਗਿਆਨੀ ਸਿੰਘ ਨੇ ਉਹ ਸਹਿਜ ਪਾਠ ਵੀ ਨਹੀਂ ਕਰਦੇ ਤੇ ਅਖੰਡ ਪਾਠ ਸਾਹਿਬ ਦੇ ਵਿੱਚ ਰੌਲਾ ਨਹੀਂ ਲਾਉਂਦੇ। ਮੇਰੀ ਥੋੜ੍ਹੀ ਜਿਹੀ ਹੁਣ ਮਜਬੂਰੀ ਹੋਈ ਹੈ, ਪਹਿਲੋਂ ਮੈਂ ਵੀ ਨਹੀਂ ਸੀ ਲਾਉਂਦਾ ਹੁੰਦਾ, ਹੁਣ ਥੋੜ੍ਹੀ ਜਿਹੀ ਮਜਬੂਰੀ ਹੈ। ਇਸ ਕਰਕੇ ਮੈਨੂੰ ਇੰਨੀ ਕੁ ਮਿਹਨਤ ਹੋਰ ਕਰਨੀ ਪੈ ਰਹੀ ਹੈ। ਨਾਲ ਨਾਮ ਬਿਨਾ ਖੋਟੇ ਨਹੀਂ ਠਾਰ, ਨਾਮ ਤੋਂ ਬਿਨਾਂ ਅਸੀਂ ਖੋਟੇ ਗਿਆਨੀ ਹਾਂ ਤੇ ਸਾਨੂੰ ਵੀ ਕਿਤੇ ਆਸਰਾ ਨਹੀਂ ਮਿਲਣਾ। ਨਾਮ ਰਤਨ ਪ੍ਰਵਾਨੋ, ਉਸ ਪ੍ਰਭੂ ਪਰਮਾਤਮਾ ਦਾ ਨਾਮ ਹੈ ਜਿਹੜਾ, ਇਸ ਦੀ ਹੀ ਅੱਗੇ ਪ੍ਰਵਾਨਗੀ ਮਿਲਦੀ ਹੈ ਜੀ। ਪਤ ਮਤ ਪੂਜੀ ਪੂਜਾ ਪਰਵਾਨਾ, ਨਾ ਆਵੈ ਨਾ ਜਾਸੀ। ਜਿਹੜਾ ਗੁਰਮੁਖ ਪਿਆਰਾ ਨਾਮ ਦੇ ਨਾਲ ਜੁੜ ਗਿਆ, ਅਭਿਆਸ ਦੇ ਨਾਲ ਜੁੜ ਗਿਆ, ਪਤ ਮਤ ਪੂਰੀ, ਉਹਦੀ ਇੱਜ਼ਤ ਤੇ ਮਾਤੇ ਨਾ ਜਿਹੜੀ ਉਹ ਪੂਰੀ ਹੋ ਗਈ ਏ। ਪੂਰਾ ਪਰਵਾਨਾ, ਉਸ ਵਾਹਿਗੁਰੂ ਉਸ ਪੂਰੇ ਨੂੰ ਪ੍ਰਵਾਨ ਕਰਦਾ ਹੈ। ਇਹ ਪੂਰਾ ਹੋ ਕੇ ਗਿਆ ਹੈ। ਕੋਈ ਮਰ ਜਾਂਦਾ ਸੀ ਕਹਿ ਦਿੰਦੇ ਨਾ ਪੂਰਾ ਹੋ ਗਿਆ, ਉਹ ਅਧੂਰਾ ਹੈ। ਜੇ ਉਸਨੇ ਨਾਮ ਨਹੀਂ ਜਪਿਆ, ਸਿਮਰਨ ਨਹੀਂ ਕੀਤਾ, ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਨਹੀਂ ਨਾ ਪਹੁੰਚਿਆ ਤੇ ਉਹ ਅਧੂਰਾ ਹੈ। ਉਹਨੂੰ ਅੱਗੇ ਜੂਨਾਂ ਹੋਰ ਮਿਲਣਗੀਆਂ ਆਪਣੇ ਜੀਵਨ ਨੂੰ ਪੂਰਾ ਕਰਨ ਦੇ ਲਈ। ਮਨੁੱਖ ਉਦੋਂ ਪੂਰਾ ਹੁੰਦਾ ਹੈ ਜਦੋਂ ਸਰੀਰ ਆਪਣੀ ਮੰਜ਼ਿਲ ਸਿਵਿਆਂ ਤੱਕ ਪਹੁੰਚ ਜਾਵੇ ਤੇ ਉਸ ਤੋਂ ਪਹਿਲਾਂ ਮਨੁੱਖ ਦੇ ਅੰਦਰ ਤੀਸਰਾ ਨੇਤਰੇ ਜਿਹੜਾ ਗਿਆਨ ਵਾਲਾ ਇਹ ਖੁੱਲ੍ਹ ਜਾਵੇ। ਨਾਮ ਜਪ ਕੇ, ਸਿਮਰਨ ਕਰਕੇ, ਅਭਿਆਸ ਕਰਕੇ, ਫਿਰ ਉਹ ਪੂਰਾ ਹੋ ਕੇ ਗਿਆ, ਨਹੀਂ ਤਾਂ ਉਹ ਅਧੂਰਾ ਹੈ। ਪਤ ਮਤ ਪੂਰੀ, ਪੂਰਾ